जिते इंद्र से चंद्र से होत आए तित्यो काल खापा न ते काल काए। जिते इंद्र से चंद्र से होत आए, इंद्र वर्गे चंद्रमा वर्गे जिन्ने होंगे आए, ते काल खाप्या न ते काल काए। उन्होंने भी काल ने खपाता। काल देख भी जख्म नहीं कर सके हो, काल का मुकाबला ही नहीं कर सके हो। जिते औलिया अंबिया गौस हुए हैं सबे काल के अंत दाढ़ा तले हैं। जिते औलिया अंबिया गौस होए हैं, गौस भी ने इन्हां दे विच ने मुसलमानों च। इन्हां दे जिहड़े वली आदमी हुंदे ने ना, बुद्धवान, वली कहंदे ने बुद्धवान नूं। वली मतलब शक्ति सरीरक नहीं होंदी, बुद्ध बल वाले वली कहंदे ने। ਜਿਹਨੂੰ ਵਲੀ ਕਹਿੰਦੇ ਨੇ, ਇਹ ਵੀ ਬੁੱਧਵਾਨ ਨੂੰ ਕਹਿੰਦੇ ਨੇ। ਇੱਥੇ ਔਲੀਆ ਅੰਬੀਆ ਗੌਸ, ਔਲੀਆ ਅੰਬੀਆ ਗੌਸ ਹੋਏ ਹੈ ਸਭੇ ਕਾਲ ਕੇ ਅੰਤ ਦਾੜੇ ਤਲੇ, ਸਾਰਿਆਂ ਨੂੰ ਜੱਪ ਗਿਆ। ਉਹਨਾਂ ਨੇ ਮਰਨ ਜਾਂਚ ਨਹੀਂ ਸਿੱਖੀ ਨਾ, ਮਰਨ ਜਾਂਚ ਹੈ ਨਹੀਂ ਉੱਥੇ। ਇਸ ਕਰਕੇ ਉਹਨੂੰ ਮਾਰਨੇ ਪਏ। ਜੇ ਬਚਾਂਚ ਹੁੰਦੀ ਆਪੇ ਪਹਿਲਾਂ ਮਰ ਜਾਂਦੇ। ਉਹ ਤਾਂ ਉਹਨੂੰ ਮਾਰਨਾ ਪੈਂਦਾ ਜਿਹਦਾ ਟਾਈਮ ਆ ਜਾਂਦਾ। ਮਰ ਆਪ ਮਰਦਾ ਨਹੀਂ, ਆਪਣੇ ਆਪ ਨਹੀਂ ਮਰਦਾ। ਜਿਤੇ ਮਾਨ ਦਾਤਾ ਦਾਦ ਰਾਜ ਸੁਹਾਏ ਸਭੇ ਬਾਂਧ ਕੇ ਕਾਲ ਜੇਲਾ ਚਲਾਏ। ਜਿੰਨੇ ਮਾਨ ਦਾਤਾ ਆਦਿ ਰਾਜਾ ਵਰਗੇ ਵੱਡੇ ਵੱਡੇ ਰਾਜੇ ਹੁੰਦੇ ਆਏ ਨੇ ਸਰੀਰ 'ਚ, ਇਸ ਸ੍ਰਿਸ਼ਟੀ ਦੇ ਵਿੱਚ। ਸਭਾ ਕਾਲ ਨੇ ਬੰਨ ਕੇ ਜੇਲ੍ਹ 'ਚ ਪਾਤੇ। ਸਭੇ ਬਾਂਧ ਕੇ ਕਾਲ ਜੇਲਾ ਚਲਾਏ। ਬੰਨ ਕੇ ਕਾਲ ਨੇ ਜੇਲ੍ਹ 'ਚ ਚਲਾਤੇ। ਫਿਰ ਜੇਲ੍ਹ 'ਚ ਪਾਤੇ। ਆ ਜਿਹੜੀ ਜੇਲ੍ਹ ਹੈ ਇਹੀ ਹੈ, ਕਾਲ ਦੀ ਜੇਲ੍ਹ ਹੈ। ਆ ਜਿਹੜਾ ਹੈ ਨਾ ਆਕਾਸ਼, ਇਹ ਜੇਲ੍ਹ ਹੈ। ਚਲਾਏ ਦਾ ਮਤਲਬ ਇਹ ਹੈ ਇੱਥੇ ਚਲਦੇ ਰਹੇ, ਇਹਦੇ ਵਿੱਚ ਖੂਹ ਦੀਆਂ ਡੰਡਾ ਵਾਂ ਘੁੰਮਣ ਘਰੀ ਜੀ ਪਏ ਬੰਨੇ ਹੋਏ ਕਾਲ ਦੇ, ਇਹਦੇ ਪਿੱਛੇ ਚੱਲਦੇ ਨੇ ਉਹ। ਜਿਨੇ ਨਾਮ ਤਾਕੋ ਉਚਾਰੋ ਉਭਾਰੇ। ਜਿਸ ਨੇ ਵੀ ਤੇਰਾ ਨਾਮ ਉਚਾਰਿਆ ਹੈ, ਤੇਰਾ ਜਸ ਉਚਾਰਿਆ ਹੈ, ਉਹ ਵਿਚਾਲੇ ਕਾਲ ਤੋਂ ਉਬਾਰੇ ਬਚਾਏ, ਉਹ ਕੱਢ ਲੈ ਬਾਹਰ, ਖੂਹ ਚੋਂ ਬਾਹਰ ਕੱਢ ਲਿਓ। ਬਿਨਾ ਸਾਮ ਤਾਕੀ ਲਖੇ ਕੋਟ ਮਾਰੇ। ਉਹ ਉਬਾਰੇ ਨੇ ਤੇਰੀ ਛਣ ਤੇ ਬਿਨਾ, ਹੁਕਮ ਦੀ ਛਣ ਤੇ ਬਿਨਾ ਕਰੋੜਾਂ ਹੀ ਦੇਖੇ ਨੇ ਮੈਂ ਮਰਦੇ। ਲਖਾ ਕੋਟ ਮਾਰੇ। ਪਰ ਜਿਹੜਾ ਦਾ ਦਾਣਾ ਕੱਢ ਲਿਆ ਕੋਲੂ ਤੋਂ ਬਾਹਰ, ਉਹਦਾ ਗਿਆ ਬਚ। ਪਾਪਾ ਬਾਕੀ ਦਾ ਤਿਲ ਫੇ ਕਹਾਣੀ ਪੀੜੇ ਗਏ ਨਾ। ਜਿਹੜਾ ਹੁਣ ਬਾਹਰ ਨਿਕਲੂਗਾ ਇਸ ਪੈਦਲ ਦੇ ਵਿੱਚੋਂ, ਉਹ ਤਾਂ ਬਚ ਗਿਆ ਤਿਲ, ਬਾਕੀ ਤਾਂ ਪੀੜੇ ਗਏ। ਇਜ਼ਰਾਈਲ ਫਰੇਸਤਾ ਤਿਲ ਪੀੜੇ ਕਹਾਣੀ, ਤਿਲ ਪੀੜੇ ਕਹਾਣੀ। ਰਸਾਵਲ ਛੰਦ ਤਪ ਪ੍ਰਸਾਦ ਚਮਕੈ ਕਿਰਪਾਣੰ ਅਭੂਤੰ ਭਿਆਨੰ। ਚਮਕੈ ਕਿਰਪਾਣੰ, ਤੇਰੀ ਤਲਵਾਰ ਚਮਕਦੀ ਹੈ, ਹੁਕਮ ਦੀ ਤਲਵਾਰ ਚਮਕਦੀ ਹੈ। ਅਭੂਤੰ ਭਿਆਨੰ, ਅਪੂਤ ਹੈ। ਪਰ ਇਹ ਜੀ ਤਲਵਾਰ ਨਹੀਂ ਕਾਸੇ ਦੀ ਬਣੀ ਹੋਵੇ, ਸੋਨੇ ਦੀ ਹੋਵੇ, ਚਾਂਦੀ ਦੀ ਹੋਵੇ, ਲੋਹੇ ਦੀ ਹੋਵੇ, ਦੀਦੀ ਨਹੀਂ ਹੈਗੀ ਉਹ। ਭਿਆਨੰ ਭਿਆਨਕ ਰੂਪ ਜ਼ਰੂਰ ਹੈ। ਹੁਕਮ ਦਾ ਰੂਪ ਭਿਆਨਕ ਹੈ। ਹੁਕਮ ਦੀ ਤਲਵਾਰ ਸਾਰਿਆਂ ਦੇ ਉੱਤੇ ਹੈ। ਹੁਕਮ ਕੀ ਹੈ? ਕਾਲ, ਕਾਲ ਤਲਵਾਰੇ ਹੁੰਦੀ ਹੈ। ਚਮਕੈ ਕਿਰਪਾਣੰ, ਚਮਕਦੀ ਵੀ ਹੈ, ਚਮਕ ਵੀ ਹੈ, ਦੀਦੀ ਹੈ। ਜਿਹਦੇ ਅੱਖਾਂ ਨੇ ਉਹਨੂੰ ਦੀਦੀ ਹੈ। ਜਿਹਨੇ ਦੇਖੀ ਹੈ ਉਹੀ ਦੱਸ ਰਿਹਾ, ਜਿਹਨੂੰ ਦੀਦੀ ਉਹ ਦੱਸ ਰਿਹਾ। ਅਭੂਤੰ ਭਿਆਨੰ, ਅਭੂਤ ਦਾ ਭਿਆਨਕ, ਭਿਆਨਕ ਰੂਪ ਹੈ। ਹਾਂਜੀ। ਧੁਣੰ ਨੇਵਰਾਣੰ, ਤੁਣਕ ਨੇ ਰਾਣ, ਉਹਦੀ ਆਵਾਜ਼ ਕਹੇ ਜੀ ਹੈ। ਇਹ ਚਲਦੀ ਹੈ ਤਲਵਾਰ, ਆਵਾਜ਼ ਕਹੇ ਜੀ ਕਰਦੀ ਹੈ। ਕਿਸੇ ਨੂੰ ਤਾਂ ਐਂ ਲੱਗਦਾ ਵੀ ਜਿਵੇਂ ਝਾਂਜਰਾਂ ਵੱਜਦੀਆਂ ਹੁੰਦੀਆਂ ਨੇ। ਨੇਬਰ ਝਾਂਜਰ ਨੂੰ ਕਹਿੰਦੇ ਨੇ। ਘੁਰੰ ਘੁੰਗਰਾਣੰ, ਕਿਸੇ ਨੂੰ ਐਂ ਲੱਗਦਾ ਘੁੰਗਰੂ ਵੱਜਦੇ ਨੇ। ਘੁੰਗਰੂ ਉਹਦੇ ਵਿੱਚ ਵੀ ਹੁੰਦੇ ਨੇ, ਛੋਟੇ ਹੁੰਦੇ ਨੇ, ਉਹਦੇ ਘੁੰਗਰੂ ਬੜੇ ਹੁੰਦੇ ਨੇ। ਝਾਂਜਰ ਦੇ ਘੁੰਗਰੂ ਛੋਟੇ ਹੁੰਦੇ ਨੇ, ਬੜੇ ਹੁੰਦੇ ਨੇ। ਕਦੇ ਬੜੇ ਘੁੰਗਰੂਆਂ ਦੀ ਆਵਾਜ਼ ਆ, ਕਦੇ ਛੋਟਿਆਂ ਦੀ ਹੈ। ਚਤੁਰਬਾਹ ਚਾਰੰ ਨਜੂਟੰ ਸਿਧਾਰੰ। ਚਤੁਰਬਾਹਾਂ ਚਾਰੰ, ਅਸਲ ਦੇ ਵਿੱਚ ਜਿਹੜੀ ਇਹ ਬਾਂਹ ਨਾ ਤੇਰੀ ਹੁਕਮ ਦੀ, ਇਹ ਗਿਆਨ ਰੂਪੀ ਬਾਂਹ ਹੈ ਤੇਰੀ। ਨਜੂਟ ਹੈ ਨਾ ਜਿਹੜਾ ਮਨ ਜੁੜਦਾ ਨਹੀਂ ਹੈ। ਨਜੂਟ ਹੁੰਦਾ ਜੂੜਾ ਹੁੰਦਾ, ਜੁੜਿਆ ਹੋਇਆ ਨੂੰ ਕਹਿੰਦੇ ਨੇ। ਕੇਸ ਖਿਲਰੇ ਹੋਣ ਉਹਦਾ ਜੂੜਾ ਬੰਨ੍ਹਦੀ ਨੇ। ਮਨ ਖਿਲਰੇ ਇਹਨੂੰ ਇਕੱਠਾ ਕਰਕੇ ਉਹ ਜੂੜਾ ਬੰਨ੍ਹ ਦੇਣਾ।
ਚਤੁਰਬਾਹ ਗਲਤੀਆਂ ਚਾਵਲ ਮੰਨਦੀਆਂ ਖੜੀਆਂ ਹੋਈਆਂ ਨੂੰ ਬੰਨ ਦੇਣਾ। ਇਹ ਜੂੜਾ ਕਰਦੀ ਹੈ ਹਰ ਵਾਰ ਮਨ ਨੂੰ ਬੰਨਣ ਵਾਸਤੇ ਹੈ। ਜਿਹੜਾ ਚਤੁਰਬਾਹ ਇਹ ਹੁਕਮ ਦਾ ਆਸਰਾ ਲੈ ਲਵੇ ਉਹਦਾ ਮਨ ਐ ਜੂੜੇ ਉਹ ਇਕੱਠਾ ਹੋ ਜਾਂਦਾ। ਉਹਦੀਆਂ ਵਰਤੀਆਂ ਇਕੱਠੀਆਂ ਕਰਕੇ ਬੰਨ ਦਿੰਦੀ ਹੈ, ਫੇਰ ਨਹੀਂ ਖਿਲਰਦਾ ਮਨ। ਨਿਜੂਟੰ ਸੁਧਾਰਨ ਨਿਜੂਟੇਗਾ ਨਾ ਹੈ ਮਨ, ਜੁੜਿਆ ਨਹੀਂ ਨਾ ਹੋਇਆ। ਇਹ ਜੋ ਸੁਧਾਰ ਕਰਦੀ ਹੈ, ਇਹਦੀ ਆਦਤ ਹੈ ਖਿਲਰਨ ਦੀ। ਜਿਵੇਂ ਹੁਣ ਬਾਲ ਨੇ ਖੋਲ ਦੀਏ ਸਾਰੇ ਖਿਲਰ ਜਾਣਗੇ, ਅੱਖਾਂ 'ਚ ਬਹਿਣਗੇ, ਕੰਮ ਨਹੀਂ ਹੋ ਸਕਦਾ ਭੱਜ ਜੇ ਜੂੜਾ ਕਰਕੇ ਰੱਖੀਏ। ਇਸ ਕਰਕੇ ਮਨ ਦਾ ਜੂੜਾ ਹੀ ਕਰਕੇ ਰੱਖੀਦਾ। ਸਿਰ ਤੇ ਜੂੜ ਦਾ ਮਤਲਬ ਇਹ ਹੈ ਦਿਮਾਗ ਨੂੰ ਦੀਆਂ ਵਰਤੀਆਂ ਟਿਕਾ ਕੇ ਰੱਖੀ ਦੀਆਂ। ਗਦਾ ਪਾਸ ਸੋਹੰ ਗਦਾ, ਗਦਾ ਪਾਸ ਸੋਹੰ ਗਦਾ ਵੀ ਹੈ ਕੋਲ ਪਈ ਗੱਲ ਉਹ ਕਦ ਰੱਖੀ ਹੈ। ਜਮੰਗਮਾਨ ਮੋਹੰ ਜਮ ਕੁਮਾਰ ਮੋਹ, ਉਹ ਗਦਾ ਦੇ ਬਿਨਾਂ ਠੀਕ ਨਹੀਂ ਹੁੰਦਾ, ਮਨ ਕੁੱਟੀ ਦਾ ਹੁੰਦਾ। ਬੁੱਝ ਵੱਟਣ ਵਾਸਤੇ ਮੋਗਰੀ ਰੱਖਦੇ ਨੇ, ਜੇ ਕੁੱਟੀ ਨਾ ਜਾਵੇ ਵੱਟ ਹੁੰਦੀ ਹੈ। ਗਰੀਬੀ ਗਦਾ ਹਮਾਰੀ, ਗਰੀਬੀ ਦੀ ਗਦਾ ਵੀ ਰੱਖੀ ਹੋਈ ਆ ਕੋਲ। ਕਾਹਦੇ ਵਾਸਤੇ? ਕੁੱਟਣਾ ਹੈ ਤਾਂ ਮਨ ਕੋ ਕੁੱਟੇ, ਮਨ ਕੋ ਕੁੱਟੇ ਤੇ ਜਮ ਤੇ ਛਡਾਉਣ ਵਾਸਤੇ ਕੁੱਟੀ ਦਾ ਮਨ ਨੂੰ। ਜਮੰਗਮਾਨ ਮੋਹੰ ਜਮ ਤੇ ਛਡਾਉਣ ਵਾਸਤੇ ਕੁੱਟੀ ਦਾ। ਜੇ ਨਿਆਣਿਆਂ ਤੇ ਕੁੱਟ ਪੈਂਦੀ ਹੈ ਸਕੂਲ 'ਚ ਤਾਂ ਸਿਪਾਹੀ ਦਾ ਡਰ ਚੱਕਣ ਵਾਸਤੇ ਕੁੱਟਿਆ। ਉਹਨੇ ਲੱਗ ਜਾਣਾ ਕੱਲ ਨੂੰ ਐਸਐਸਪੀ। ਸਿਪਾਹੀ ਤਾਂ ਉਹਦੇ ਡਰੂਗਾ, ਉਹ ਸਿਪਾਹੀ ਤਾਂ ਕਦੇ ਡਰੂਗਾ। ਉੱਥੇ ਚਪੇੜਾਂ ਜਿਹੜੀਆਂ ਖਾਧੀਆਂ ਨੇ ਉਹੀ ਤਾਂ ਸਿਪਾਹੀ ਤੋਂ ਉੱਪਰ ਲੈ ਕੇ ਜਾਊ ਉਹਨੂੰ। ਕੱਲ ਨੂੰ ਉਹ ਬਣ ਗਿਆ ਐਸਪੀ ਮੁੰਡਾ ਪੜ੍ਹ ਕੇ, ਸਿਪਾਹੀ ਉਹ ਤਾਂ ਡਰੂ, ਸਿਪਾਹੀ ਤੋਂ ਡਰੂ। ਸਪਾਈਡਰ ਬਸ ਫਿਰ ਜਾਮ ਦੇ ਉੱਪਰ ਲੈ ਜਾਣਾ ਉਹਨੂੰ। ਜਿਹਨੇ ਜਮੂਆ ਸਾਜਿਆ ਸੋ ਰਚਿਆ ਪਰਵਰ ਸੋ ਜਪਿਆ ਪਰਵਰਦਿਗਾਰ। ਉਹਨੇ ਪਰਵਰਦਿਗਾਰ ਜਪ ਲਿਆ, ਪੜ੍ਹ ਲਿਆ ਨਾ। ਕੀ ਹੈ ਜਪਣ ਦਾ ਮਤਲਬ ਪੜ੍ਹਨਾ ਹੀ ਹੁੰਦਾ ਹੈ। ਪਰਵਰਦਿਗਾਰ ਜਾਣ ਲਿਆ ਉਹਨੇ। ਕਹਿੰਦੇ ਕਬੀਰ ਮੇਰੀ ਬੁੱਧ ਕੋ ਜਬ ਨਾ ਕਰੇ ਤਰਸਕਾਰ। ਜਮ ਹੁਣ ਮੈਨੂੰ ਕਿਵੇਂ ਕਹਿ ਦੂਗਾ ਤੇਰੇ ਚ ਗਲਤੀ ਹੈ। ਮੈਂ ਤਾਂ ਚਲੇ ਉਹ ਬਣ ਗਿਆ ਐਸਐਸਪੀ। ਸਿਪਾਹੀ ਵਿਚਾਰਾ ਕੀ ਕਰੂ? ਸਲੂਟ ਕਰੂ ਆ ਕੇ। ਜਮ ਦਾ ਮਾਨ ਤੋੜਨ ਵਾਸਤੇ ਜਮੰਗਮਾਨ ਮੋਹੰ ਜਮ ਦਾ ਮਾਨ ਮੋੜਨ ਵਾਸਤੇ ਕੁੱਟੀ ਦਾ। ਕੁੱਟਣਾ ਹੈ ਤਾਂ ਮਨ ਕੋ ਕੂਟੇ, ਮਨ ਕੋ ਕੂਟੇ ਤੇ ਜਮ ਦੇ ਛੁੱਟੇ। ਕੁੱਟ ਕੁੱਟ ਮਨ ਕੋ ਸਵੱਟੀ ਲਾਵਾ, ਐਸਾ ਕੂਟਣ ਮੁਕਤ ਥੋ ਪਾਵੇ। ਤਾਂ ਮੁਕਤੀ ਦਾ ਥੋ ਤੱਕ ਚਲਾ ਗਿਆ, ਨਿਰਭੈ ਹੋ ਗਿਆ। ਹਾਕਮ ਦੇ ਹਾਕਮ ਬਣ ਗਿਆ। ਹਾਕਮ ਐਸਐਸਪੀ ਲੱਗ ਗਿਆ, ਆਈਜੀ ਲੱਗ ਗਿਆ। ਜਾ ਕੇ ਗੁੰਮ ਤਾਂ ਤੇਰੀ ਆਪਣੀ ਹੋ ਗਈ, ਡਰਨਾ ਕੀਤੇ। ਸੁਭਮ ਜੀਵ ਜਵਾਲਨ ਸੁਧਾੜਾ ਕਰਾਲਨ। ਡਰੇ ਤਾਂ ਉਹ ਜਿਹੜਾ ਚੋਰ ਹੋਵੇ, ਗਲਤ ਕੰਮ ਕਰੇ। ਗਲਤੀਆਂ ਨਹੀਂ ਕਰਨੀ, ਕਾਨੂੰਨ ਦਾ ਪਤਾ ਹੈ, ਉਹ ਕਦੇ ਡਰੇ। ਹਾਂਜੀ, ਸੁਭਮ ਜੀਵ ਜਵਾਲਨ ਸੁਧਾੜਾ ਕਰਾਲਨ। ਜੀਭ ਸੋਭਦੀ ਹੈ। ਸੁਭਮ ਜੀਵ ਜਵਾਲਨ ਸੁਧਾੜਾ ਕਰਾਲਨ। ਜਵਾਲਾ ਜੀਭ ਤੇਰੀ ਕਹੇ ਜੀ ਹੈ, ਸਮਝੋ ਵੀ ਜਿਵੇਂ ਜਵਾਲਾ ਹੁੰਦੀ ਹੈ ਅੱਗ ਦੀ ਲਾਟ। ਇਹੀ ਜਵਾਲਾ ਹੈ, ਇਹੀ ਦਾੜ ਹੈ ਕਰਾਲੰਗ। ਇਸ ਵਿੱਚ ਜਾੜ ਕਿਹਾ ਹੋਇਆ, ਜਾੜ ਜੋੜ ਨਹੀਂ ਹੈਗੀ। ਸੁਧਾੜਾ ਕਰਾਲਨ ਭਿਆਨਕ ਦਾੜ ਇਹੀ ਹੈ। ਜੀਭ ਇਹ ਹੋਰ ਨਹੀਂ ਕੁਛ ਹੈਗਾ, ਦਾੜ ਨਹੀਂ ਹੈਗੀ। ਜਿਹੜੀ ਪ੍ਰਚੰਡਤਾ ਗਿਆਨ ਦੀ ਹੈ ਨਾ, ਗਿਆਨ ਪ੍ਰਚੰਡਤਾ ਗਿਆਨ ਦੀ, ਪ੍ਰਚੰਡ ਗਿਆਨ ਇਹੀ ਜਾੜ ਹੈ, ਇਹੀ ਜੀਵ ਹੈ। ਸੁਭਮ ਜੀਵ ਜਵਾਲਨ। ਆਹੋ, ਜਿਹਨੂੰ ਕਹਿੰਦੇ ਜਾੜ ਕਹਿੰਦੇ, ਅਸੀਂ ਜਾੜ ਜੂੜ ਨਾ ਸਮਝ ਲਿਓ ਕਿਤੇ ਸੱਚੀਆਂ ਜਾੜ ਬਣਾ ਕੇ ਬਹਿ ਜਾਓ ਉੱਥੇ, ਜਿਵੇਂ ਉਹ ਬਹਿ ਗਏ। ਉਹ ਜਾੜ ਸਮਝਾਈ ਆ ਕੀ ਹੈ ਹੁਣ। ਸੁਭਗ ਸੋਭਾ ਦੇ ਰਹੀ ਹੈ ਜੀਵ ਜਵਾਲਨ। ਲਾਲ ਨਹੀਂ ਤਾਂ ਹੁੰਦੇ ਜੀਵ ਕਾਲੀ ਦੀ ਦਿਖਾਉਂਦੇ ਨੇ ਨਾ। ਉਹਨਾਂ ਨੇ ਅੱਡ ਅੱਡ ਬਣਾਈਆਂ ਨੇ, ਉਹੀ ਠੀਕ ਕਰਾਈਆਂ ਨੇ ਤੁਹਾਡੇ। ਇਹ ਕੀ ਚੀਜ਼ਾਂ ਨੇ, ਕਿਉਂ ਬਣਾਤੀਆਂ ਉਹਨਾਂ ਨੇ, ਗਲਤੀਆਂ ਕਿਉਂ ਕਰਤੀਆਂ। ਸੁਧਾੜਾ ਕਰਾਲਨ ਉਹੀ ਜਵਾਲਨ ਹੈ, ਉਹੀ ਜਾੜਾ, ਉਹੀ ਜਾੜਾ। ਹੁਣ ਜਾੜਾ ਜੀਵ ਤਾਂ ਅੱਡ ਅੱਡ ਬਣਾਈ ਬੈਠੇ ਨੇ। ਪ੍ਰਚੰਡਤਾ ਜਿਹੜੀ ਗਿਆਨ ਦੀ ਹੈ ਨਾ, ਪ੍ਰਚੰਡਤਾ ਬ੍ਰਹਮ ਅਗਨ, ਅਗਨ ਨਹੀਂ ਹੈ ਜਵਾਲ, ਅਗਨ ਹੈ। ਬ੍ਰਹਮ ਅਗਨ ਸਹਿਜੇ ਪਰਜਾਲੀ ਇੱਕੋ ਜੋੜ ਸਜਾਇਆ, ਉਹਦਾ ਨਾਮ ਹੈ। ਪਰਦੇਸੀ ਕੇ ਘਾਗਰੇ ਚਾਹੁੰਦੇ ਸਲਾਗਾ ਆਗ, ਉਹ ਜਵਾਲ ਹੈ। ਸੁਧਾੜਾ ਕਰਾਲਨ। ਦਾੜਾ ਕਰਾ, ਉਹੀ ਦਾੜ ਕਰਾ ਲੈਂਦਾ।
ਉਹਦੇ ਨੂੰ ਕਰਾਲ ਮਦਾਲਾ ਕਹਿੰਦੇ ਅਸੀਂ, ਕੋਈ ਨਵੀਂ ਜਾੜ ਨਹੀਂ ਹੈਗੀ ਹੈ ਕੋਈ। ਉਹ ਸਰੀਰ ਜਿਹਦਾ ਦੇਹ ਹੋਵੇ, ਜਾੜ ਦਾ ਜੀਵ ਆ, ਜਾੜ ਦਾ ਉਹਦੇ ਹੂ ਜੀ ਦਾ ਸਰੀਰ ਹੋਵੇ। ਸਰੀਰ ਤਾਂ ਹੈ ਉਹ ਨਹੀਂ, ਵਾਇਆ ਤਾਂ ਹੈ ਉਹ ਨਹੀਂ, ਜਾੜ ਕਿਵੇਂ ਹੋ ਗਈ ਉੱਥੇ? ਉਹ ਜਾੜ ਵਾਲਾ ਕੰਮ ਕਰਦੀ ਹੈ, ਉਹ ਚੱਬਦੀ ਹੈ, ਹੁਕਮ ਚੱਬਦਾ ਵੀ ਹੈ ਤਾਂ ਜਾੜ ਕਹਿਤਾ ਉਹਨੂੰ। ਜਿਹਨੇ ਚਰਬੀਆਂ ਜੀਵ ਜੱਗਿਆ ਤਾਂ ਹਜ਼ਾਰਾਂ ਚੱਬੇ ਆਪੇ ਗਏ, ਪਹਾੜ ਡੇਪੇ ਉੱਤੇ ਵਿਚਾਰੇ ਚੱਬੇ ਤਾਂ ਆਪੇ ਗਏ। ਹੁਣ ਉੱਤੇ ਤਾਂ ਉਹਨਾਂ ਦੇ ਘਰ ਪੇ ਪਹਾੜ ਚੱਬੇ ਦਾ ਹੁਕਮ ਨਾਲੇ ਗਏ ਨਾ। ਬਜੀ ਬੰਬ ਸੰਖੰ ਉਠੇ ਨਾਦ ਬੰਖੰ। ਬਜੀ ਬੰਬ ਸੰਖੰ, ਜਦ ਸੰਖਨਾਦ ਹੋਇਆ ਨਾ, ਸੰਖੰ ਬਹੁਵਚਨ, ਬਜੀ ਨਾਦ ਸੰਖ, ਬਜੀ ਬੰਬ ਸੰਖੰ ਉਠੇ ਨਾਦ ਬੰਖੰ। ਬੰਬ ਵਜੀ, ਹੁਣ ਸੰਖਾਂ ਵੱਜੇ ਤਾਂ ਸੰਖ ਨੇ, ਸਾਰੇ ਹੀ ਬੋਲੇ ਨੇ ਯਾਰ। ਸੱਚਖੰਡ ਚ ਸਾਰਿਆਂ ਦੀ ਆਵਾਜ਼ ਹੈ, ਉਹ ਬੰਬ ਵਾਂਗੂ ਹੈ, ਵੱਜਦੇ ਸੰਖ ਨੇ। ਇੰਨੇ ਬੰਦਿਆਂ ਦੀ ਆਵਾਜ਼ ਸਮਝੋ ਐ ਜਿਵੇਂ ਬੰਬ ਵੱਜਿਆ, ਕੋਈ ਉਠੇ ਨਾਦ ਵੱਡਾ ਨਗਾਰਾ ਵੱਜਦਾ। ਉਠੇ ਨਾਦ ਬੰਖੰ, ਉਸੇ ਨੂੰ ਨਾਦ ਕਹਿੰਦੇ ਨੇ। ਬੰਕੰ ਕਿਹਾ ਜਾਏ ਜਿਵੇਂ ਸਮੁੰਦਰ ਦੇ ਵਿੱਚ ਗਰਜ ਹੁੰਦੀ ਹੈ ਨਾ, ਸਮੁੰਦਰ ਦੇ ਵਿੱਚ ਬਹੁਤ ਕਦੇ ਕਦੇ ਗਰਜ ਹੁੰਦੀ ਹੈ। 40 ਡਿਗਰੀ ਤੇ ਕਹਿੰਦੇ ਨੇ ਉਹ ਰੋਡ 40 ਅੱਗੇ ਆਉਂਦਾ ਹੁੰਦਾ ਸੀ, ਉੱਥੇ ਬਹੁਤ ਜ਼ਿਆਦਾ ਗਰਜ, ਸਮੁੰਦਰ ਦੀ ਤੇਜ਼ ਹਵਾ ਚੱਲਦੀ ਹੈ, ਗਰਜਨ ਹੁੰਦੀ ਹੈ, ਉੱਥੋਂ ਹੀ ਜ਼ਿਆਦਾ ਬੱਦਲ ਉੱਠਦੇ ਨੇ, ਤੇਜ਼ ਹਵਾ ਚੱਲਦੀ ਹੈ ਉੱਥੇ ਬਹੁਤ ਜ਼ਿਆਦਾ ਆਵਾਜ਼ ਆਉਂਦੀ ਹੈ। ਕੋਈ ਤਾਂ ਉੱਥੇ ਗਰਮੀ ਗੁਰਮੀ ਜ਼ਿਆਦਾ ਹੁੰਦੀ ਹੈ, ਸੂਰਜ ਦੇ ਉਹਦੇ ਲਾਈਨ ਦੇ ਹਿਸਾਬ ਨਾਲ ਆਵਾਜ਼ ਸਮੁੰਦਰ ਦੀ ਹਵਾ ਦੀ ਬਹੁਤ ਆਉਂਦੀ ਹੁੰਦੀ ਹੈ। ਐ ਹੋ ਰਿਹਾ ਜਿਵੇਂ ਸਮੁੰਦਰ ਦੇ ਵਿੱਚੋਂ ਭਿਆਨਕ ਆਵਾਜ਼ ਆ ਰਹੀ ਹੈ। ਬਜੀ ਬੰਬ ਸੰਖੰ, ਐਸੀ ਸੰਖਾਂ ਦੀ ਬੰਬ ਵੱਜੀ ਹੈ ਨਾ, ਸੰਖਾਂ ਦੀ ਆਵਾਜ਼ ਆਈ ਹੈ। ਬੰਬ ਹੁੰਦੀ ਹੈ, ਵੱਡੇ ਨਗਾਰੇ ਨੂੰ ਬੰਬ ਕਹਿੰਦੇ ਨੇ। ਸੰਖ ਇਕੱਠੇ ਵੱਜਦੇ ਨੇ, ਐ ਦੇਖੋ ਸੰਖ ਤਾਂ ਬਹੁਤੇ ਨੇ, ਵੱਜਦੇ ਨੇ ਜਦ ਇਕੱਠੀ ਆਵਾਜ਼ ਬੰਬ ਵਰਗੀ ਹੋ ਗਈ, ਇੱਕ ਬੜਾ ਨਗਾਰੇ ਨੂੰ ਬੰਬ ਕਹਿੰਦੇ ਨੇ। ਵੀਰ 71 ਸੌ ਬੰਬ ਵਜਾਇਆ ਕਿ ਆਗੇ ਕੀ ਹੈ ਗਜ ਬਾਜ ਰਥਈਆ। ਇੱਕ ਨਗਾਰਾ ਜਿਹੜਾ ਹੁੰਦਾ ਨਾ ਬਹੁਤ ਬੜਾ, ਉਹਨੂੰ ਬੰਬ ਕਹਿੰਦੇ ਨੇ। ਉਹ ਹਾਥੀ ਤੇ ਰੱਖਿਆ ਹੋਇਆ ਹੁੰਦਾ, ਘੋੜੇ ਦੇ ਨਗਾਰੇ 2 ਰੱਖੇ ਹੋਏ ਹੁੰਦੇ ਨੇ, ਉਹ ਛੋਟੇ ਹੁੰਦੇ ਨੇ। ਹਾਥੀਆਂ ਦੇ ਵੀ 2 ਰੱਖੇ ਹੁੰਦੇ ਨੇ, ਸੰਗਲ ਪਾ ਕੇ। ਉਹ ਘੋੜੇ ਵਾਲੇ ਨੂੰ ਵੱਡੇ ਹੁੰਦੇ ਨੇ। ਹਾਂਜੀ। ਸੁੰਭੰ ਰੂਪ ਸਿਆਮੰ ਮਹਾ ਸੋਭ ਧਾਮੰ। ਸੁਭੰਗ ਰੂਪ ਸਿਆਮੰ, ਸਿਆਮ ਦਾ ਜਿਹੜਾ ਰੂਪ ਹੈ ਬਹੁਤ ਹੀ ਸੁੰਦਰ ਹੈ। ਸੁਭੰਗ ਰੂਪ ਸਿਆਮੰ, ਜਦ ਸਿਆਮ ਖੋਜਿਆ ਨਾ, ਮਨ ਖੋਜਿਆ ਤਨ ਵਿੱਚੋਂ, ਬੜਾ ਸੁੰਦਰ ਰੂਪ ਹੈ ਇਹਦਾ। ਤਾਂ ਇਹਦਾ ਮਤਲਬ ਹੈ ਸਿਆਮ ਜਿਹੜਾ ਹੈਗਾ ਨਾ ਮਨ, ਇਹਦਾ ਰੂਪ ਹੈ ਜਾਂ ਰੂਪ ਨਹੀਂ ਹੈਗਾ, ਸੁੰਦਰ ਰੂਪ ਹੈ। ਸੁਭੰਗ ਰੂਪ ਸਿਆਮੰ, ਸਿਆਮਕ ਦਾ ਰੂਪ ਜਿਹੜਾ ਹੈ, ਮਨ ਦਾ ਰੂਪ ਹੈ ਨਾ ਜਿਹੜਾ, ਬੜਾ ਸੁੰਦਰ ਰੂਪ ਹੈ, ਜੋਤ ਹੈ ਇਹ। ਮਹਾ ਸੋਭ ਧਾਮੰ, ਜਿੱਥੇ ਰਹਿੰਦਾ ਹੈ ਉਹ ਵੀ ਬੜੀ ਜਗ੍ਹਾ ਚੰਗੀ ਹੈ, ਸੋਭਾ ਵਾਲੀ ਜਗ੍ਹਾ। ਜਿੱਥੇ ਇਹਦਾ ਨਿਵਾਸ ਹੈ, ਧਾਮ ਹੈ ਜਿਹੜਾ, ਉਹ ਵੀ ਬਹੁਤ ਸੁੰਦਰ ਹੈ, ਸੋਭ ਧਾਮ। ਜਿੱਥੇ ਮਨ ਟਿਕਦਾ ਜਾ ਕੇ ਬਸਦਾ ਹੈ, ਉਹ ਤਾਂ ਫਿਰ ਸੱਚਖੰਡ ਹੈ, ਉਹ ਤਾਂ ਮਹਾਸੋਭ ਧਾਮ ਹੈ। ਹਾਂ, ਛਬੇ ਚਾਰ ਚਿਤਰੰ। ਆਪਣਾ ਮਨ ਜਿੱਥੇ ਜਾ ਕੇ ਟਿਕਿਆ ਉਹਦੀ ਗੱਲ ਹੈ। ਹੁਣ ਦੂਏ ਦੇ ਮਨ ਦਾ ਕੀ ਪਤਾ, ਗੱਲ ਤਾਂ ਆਪਣੇ ਮਨ ਦੀ ਹੈ ਨਾ, ਦੂਏ ਦਾ ਤਾਂ ਦਿੰਦਾ ਹੀ ਨਹੀਂ ਹੈ। ਜਿੱਥੇ ਜਾ ਕੇ ਮਨ ਟਿਕਿਆ ਬੜਾ ਅਤਿਅੰਤ ਸੁਖ ਹੈ। ਮਹਾ ਸੋਭ ਧਾਮੰ, ਜਿੱਥੇ ਜਾ ਕੇ ਮਨ ਟਿਕੇ, ਮਨ ਨੂੰ ਸੁਖ ਮਿਲੇ, ਉਹ ਚੰਗਾ ਹੀ ਤਾਂ ਹੋਊ, ਮਾੜਾ ਕਿਵੇਂ ਹੋਊ। ਕਈ ਜਗ੍ਹਾ ਜਾ ਕੇ ਸਾਨੂੰ ਬੜੀ ਲੀਫ ਮਿਲਦੀ ਹੈ ਦੇਖ ਕੇ, ਸੀਨਰੀ ਦੇਖ ਕੇ, ਖੁਸ਼ਬੂ ਦੇਖ ਕੇ, ਸਮੈਲ ਦੇਖ ਕੇ। ਲੋਕ ਦੇਖਣ ਤਾਂ ਹੀ ਜਾਂਦੇ ਨੇ, ਉਹ ਥੋਂ ਕਰਦੇ ਨੇ ਵੀ ਬੜੀ ਫਲਾਣੇ ਥਾਂ ਸੀਨਰੀ ਹੈ ਜੀ, ਉੱਥੇ ਫੁੱਲ ਨੇ ਜੀ, ਉੱਥੇ ਉਹ ਹੈ, ਉੱਥੇ ਉਹ ਹੈ। ਮੈਨੂੰ ਚੰਗਾ ਲੱਗਦਾ ਨਾ। ਮਹਾਂ ਸੋਭ ਧਾਮੰ, ਛਬੇ ਚਾਰ ਬੜੀ ਚਿਤਰੰ। ਸੋਭਾ ਵਾਲਾ ਧਾਮ ਹੈ, ਉਸੇ ਦੀ ਸੋਭਾ ਹੋ ਰਹੀ ਹੈ ਧਾਮ ਦੀ, ਉਹ ਸੱਚਖੰਡ ਦੀ ਸੋਭਾ ਹੀ ਹੋ ਰਹੀ ਹੈ। ਛਬੇ ਚਾਰ ਚਿਤਰੰ ਪ੍ਰੇਮ ਪਵਿੱਤਰੰ। ਛਬਾ ਚਾਰ ਚਿਤਰਮ,
ਉੱਥੇ ਜਿਹੜਾ ਆਚਰਣ ਚਾਰ ਹੁੰਦਾ ਆਚਰਣ, ਉਹਦੇ ਜਿਹੜੇ ਚਿੱਤਰ ਹੈ ਆਚਰਣ ਦਾ ਨਕਸ਼ਾ, ਜਿਹੜੀ ਹੁਕਮ ਦਾ ਜਿਹੜਾ ਹੁਕਮ ਹੈ, ਜਿਹੜਾ ਹੁਕਮ ਉੱਥੇ ਸੁਭਾਏਮਾਨ, ਉੱਥੇ ਹੀ ਹੁਕਮ ਚੱਲਦਾ ਹੈ। ਛਬੇ ਚਾਰ ਚਿਤਰੰ, ਜਿੱਥੇ ਮਨ ਜਾ ਕੇ ਟਿਕਦਾ ਉੱਥੇ ਹੀ ਤਾਂ ਹੁਕਮ ਹੁੰਦਾ ਹੈ। ਹੋਰ ਕਿਤੇ ਨਹੀਂ ਹੁੰਦਾ ਹੁਕਮ, ਉੱਥੇ ਹੁਕਮ ਦਾ ਦਰਸ਼ਨ ਹੁੰਦਾ ਹੈ। ਜਦ ਮਨ ਸੁੰਨ ਹੋ ਜਾਂਦਾ ਨਾ, ਦੇਖੋ ਜਦ ਜਿੱਥੇ ਜਾ ਕੇ ਮਨ ਸੁੰਨ ਹੁੰਦਾ ਉੱਥੇ ਹੀ ਤਾਂ ਹੁਕਮ ਹੁੰਦਾ ਹੈ। ਉੱਥੇ ਹੁਕਮ ਹੋਰ ਕਿੱਥੇ ਹੁੰਦਾ? ਜਿਹੜਾ ਸੁੰਨ ਹੁੰਦਾ ਜਦ ਮਨ ਨਾ, ਜਿੱਥੇ ਜਾ ਕੇ ਸੁੰਨ ਹੁੰਦਾ ਉੱਥੇ ਹੀ ਸ਼ਬਦ ਹੁੰਦਾ, ਉੱਥੇ ਹੀ ਸ਼ਬਦ ਹੁੰਦਾ। ਸੁੰਨ ਹੋ ਕੇ ਮਨ ਸ਼ਬਦ ਚ ਸਮਾ ਜਾਂਦਾ। ਇਹ ਮਨ ਸੁੰਨ ਨਾ ਲੁਕਾ ਹੈ। ਜਿੱਥੇ ਸੁੰਨ ਹੁੰਦਾ ਉੱਥੇ ਸ਼ਬਦ ਹੁੰਦਾ ਹੈ। ਸੁਣਦਾ ਤਾਂ ਨਹੀਂ, ਇਹ ਸੁਣ ਹੈ ਨਹੀਂ, ਚੁੱਪ ਹੈ ਨਹੀਂ, ਹੈ ਬਿਲਕੁਲ ਸ਼ਾਂਤ ਹੋ ਜਾਂਦਾ ਜਦ ਮਨ, ਫਿਰ ਇਹਨੂੰ ਸ਼ਬਦ ਆਪੇ ਹੀ ਸੁਣ ਜਾਂਦਾ ਹੈ, ਤਾਂ ਸੁਣਦਾ ਹੈ। ਸੁਣ ਹੁੰਦਾ ਨਹੀਂ ਤਾਂ ਇਹਨੂੰ ਸੁਣਦਾ ਨਹੀਂ। ਇਹ ਇਧਰ ਮਾਇਆ ਚ ਰਚਿਆ ਹੈ ਨਾ, ਸਹਿਜ ਹੈ ਨਾ, ਹੈ ਮਾਇਆ ਦੇ ਵਿੱਚ, ਮਾਇਆ ਚ ਸਹਿਜ ਹੈ। ਉਹ ਦੂਏ ਪਾਸੇ ਸਹਿਜ ਹੋਣਾ, ਮਾਇਆ ਚੋਂ ਸੁਣ ਹੋ ਗਏ, ਦੂਏ ਪਾਸੇ ਸਹਿਜ ਹੋਣਾ। ਧਿਆਨ ਦੂਏ ਪਾਸੇ ਲੈ ਕੇ ਜਾਣਾ, ਮਾਇਆ ਚੋਂ ਧਿਆਨ ਪੱਟ ਕੇ ਦੂਏ ਪਾਸੇ ਧਿਆਨ ਲਾਉਣਾ। ਉਧਰ ਸਹਿਜ ਹੋ ਗਿਆ, ਇੱਧਰ ਸੁਣ ਹੋ ਗਿਆ, ਸੰਸਾਰ ਭੁੱਲ ਗਿਆ। ਸੰਸਾਰ ਤਾਂ ਭੁੱਲ ਗਿਆ, ਫਿਰ ਜਾ ਕੇ ਸ਼ਬਦ ਸੁਣਦਾ। ਸੁਣ ਸਮਾਦ ਲਗਾਇੰਦਾ ਅਨਹਦ ਤਹਨਾਦ, ਜਿੱਥੇ ਸੁਣ ਸਮਾਦ ਹੁੰਦਾ ਨਾ ਮਨ ਜਾ ਕੇ, ਉੱਥੇ ਹੀ ਤਾਂ ਅਨਹਦ ਤਹਨਾਦ, ਉੱਥੇ ਹੀ ਤਾਂ ਨਾਦ ਹੈ। ਹੋਰ ਨਾਦ ਹੈ ਕਿੱਥੇ? ਸੁਣ ਸਮਾਦ ਜਦ ਮਨ ਹੁੰਦਾ, ਅਨਹਦ ਤਹਨਾਦ ਉੱਥੇ ਹੀ ਆ। ਅਨਹਦ ਤਹਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ। ਫਿਰ ਕੀ ਅਚਰਜ ਬਿਸਮਾਦ ਹੈ, ਉੱਥੇ ਹੋਰ ਕੁਝ ਨਹੀਂ ਕਹਿ ਸਕਦੇ। ਇਹ ਹੈਰਾਨ ਹੋ ਜਾਂਦਾ, ਲੈ ਮੈਨੂੰ ਤਾਂ ਪਤਾ ਹੀ ਨਹੀਂ ਜੀ, ਆਹ ਤਾਂ ਸੌਖਾ ਹੀ ਕੰਮ ਸੀ, ਚੁੱਪ ਕਰਕੇ ਘਰ ਬਹਿ ਜਾਣਾ ਸੀਗਾ, ਸਾਰਾ ਮਸਲਾ ਹੀ ਹੱਲ ਹੋ ਗਿਆ। ਐਵੇਂ ਤੀਰਥਾਂ ਤੇ ਘੁੰਮਦਾ ਰਿਹਾ, ਫਿਰ ਬਿਸਮਾਦ ਇਹ ਗੱਲ ਦਾ ਹੁੰਦਾ। ਛਬੇ ਚਾਰ ਚਿਤਰੰ, ਸਾਰਾ ਕੁਝ ਘਰ ਹੈ, ਬਾਹਰ ਢੋਲਦਾ ਫਿਰਦਾ। ਛਬੇ ਚਾਰ ਚਿਤਰੰ ਪ੍ਰੇਮ ਪਵਿੱਤਰੰ, ਛਬੈ ਚਾਰ ਚਿੱਤਰੰਗ ਛਵੀ ਹੈ ਉੱਥੇ, ਔਰ ਨਕਸ਼ਾ ਚਿੱਤਰ ਉੱਥੇ ਹੀ ਦਰਸ਼ਨ ਹੈ ਹੁਕਮ ਦਾ। ਪ੍ਰੇਮ ਚਾਰ ਦਾ ਚਰਨ ਜੋ ਚੱਲ ਰਿਹਾ ਸੰਸਾਰ ਦਾ, ਚਾਰ ਉਹਦਾ ਚਰਨ ਹੈ। ਜੋ ਹੁਕਮ ਕਰ ਰਿਹਾ, ਹੁਕਮ ਜੋ ਕੁਝ ਕਰ ਰਿਹਾ ਹੈ ਉੱਥੋਂ ਦਿਖਦਾ ਹੈ। ਐਪਲੀਕੇਬਲ ਇੱਧਰ ਹੋ ਰਿਹਾ ਹੈ, ਹੁਕਮ ਉੱਥੋਂ ਚੱਲਦਾ। ਐਪਲੀਕੇਬਲ ਹੁੰਦਾ ਵੀ ਦਿਖ ਰਿਹਾ ਉੱਥੋਂ। ਜਿੱਥੇ ਬੈਠਾ ਹੈ ਜਾਂ ਉੱਥੋਂ ਦੇਖਦਾ, ਉੱਧਰ ਹੁਕਮ ਹੋ ਰਿਹਾ, ਇੱਥੇ ਵਰਤ ਰਿਹਾ। ਦੋਏ ਚੀਜ਼ਾਂ ਇਕੱਠੀਆਂ ਦਿਖ ਰਹੀਆਂ ਨੇ। ਉਧਰ ਦਾ ਹੁਕਮ ਸੁਣ ਰਿਹਾ, ਉਧਰ ਇੱਥੇ ਵਰਤ ਰਿਹਾ। ਦੋ ਚੀਜ਼ਾਂ ਇਕੱਠੀਆਂ ਹੀ ਹੋ ਰਹੀਆਂ ਨੇ, ਦਿਖ ਰਹੀਆਂ ਨੇ। ਤੇ ਰੁਕਿਆ ਰਹਿ ਕੀ ਗਿਆ? ਲੁਕਿਆ ਛਬੈ ਚਾਰ ਚਿੱਤਰਮ, ਛਵੀ ਪ੍ਰਗਟ ਹੋ ਗਈ। ਆਚਰਣ ਚਿੱਤਰ ਸਾਰਾ ਨਕਸ਼ਾ ਹੀ ਸਾਹਮਣੇ ਆ ਗਿਆ। ਹੁਕਮ ਦਾ ਸਾਰਾ ਨਕਸ਼ਾ ਹੀ ਸਾਹਮਣੇ ਆ ਗਿਆ। ਲੁਕਿਆ ਹੋਇਆ ਕੁਛ ਰਹਿ ਨਾ ਗਿਆ। ਇਹ ਹੈ ਛਬੈ ਚਾਰ ਚਿੱਤਰਮ। ਛਵੀ ਉਹਦੀ ਕਾਹਦੀ? ਉਹਦੇ ਆਚਰਣ ਦੀ, ਜੋ ਕੁਝ ਕਰ ਰਿਹਾ, ਔਰ ਉਹਦਾ ਚਿੱਤਰ। ਹੁਕਮ ਕੀ ਹੈ, ਕੀ ਕਰ ਰਿਹਾ? ਜੋ ਕਰ ਰਿਹਾ ਹੈ ਉਹ ਆਚਰਣ ਹੈ, ਜੋ ਹੁਕਮ ਹੈ ਉਹਦੀ ਛਵੀ ਹੈ। ਉਹ ਚਿੱਤਰ ਨਕਸ਼ਾ। ਹੁਕਮ ਕੀ ਹੁੰਦਾ? ਸਾਰੀ ਚੀਜ਼ ਖੇਡ ਪ੍ਰਗਟ ਹੋਈ। ਕਹਿ ਕਬੀਰ ਪ੍ਰਗਟ ਪਈ ਖੇਡ। ਉਹ ਜੀ ਸੰਸਾਰ ਦੀ ਪਹਿਲਾਂ ਖੇਡ ਉਹਨੂੰ ਪ੍ਰਗਟ ਹੋਈ ਸੀ ਨਾ। ਜਿੱਥੇ ਸੰਸਾਰ ਚ ਕੀ ਹੋਇਆ, ਉਧਰ ਕੀ ਸੀ? ਸੰਸਾਰ ਦੀ ਖੇਡ ਕੀ ਸੀ? ਸਮਝ ਆਈ? ਕਹੋ ਕਬੀਰ ਪ੍ਰਗਟ ਪਈ ਖੇਡ, ਲੈ ਲੈ ਕੋ ਜੂਗ ਰਤ ਭੇੜ। ਇਹਨੂੰ ਚੱਟੀ ਜਾਂਦੀ ਸੀ ਭੇੜ, ਇਹਦੇ ਨਾਲ ਖੁਸ਼ ਸੀ। ਇਹਨੂੰ ਉਹ ਚਾਹੀਦਾ, ਨਿਆਣੇ ਨੂੰ ਹੋ ਲਿਆ ਦੋ, ਨਿਆਣੇ ਨੂੰ ਹੋ ਲਿਆ ਦੋ, ਨਿਆਣਾ ਖੁਸ਼, ਆਪ ਖੁਸ਼ ਹੈ। ਬੁੱਧੀ ਮੰਨਦੇ ਕਹਿੰਦੇ ਜਿੱਥੇ ਤੁਰ ਜਾਂਦੀ ਹੈ। ਆ ਸੀ ਉੱਥੇ ਹੋਰ ਕੁਛ ਹੈ, ਇੱਥੇ ਹੋਰ ਕੁਛ ਹੈ। ਇੱਥੇ ਰਸ ਹੋਰ ਹੈ, ਉੱਥੇ ਹੋਰ ਹੈ। ਪ੍ਰੇਮ ਪਵਿੱਤਰੰ, ਪ੍ਰੇਮ ਪਵਿੱਤਰਮ।
ਉਹ ਕੀ ਹੈ ਚਿੱਤਰ? ਪਵਿੱਤਰਤਾ ਤੇ ਪਰੇ ਹੈ ਹੁਣ ਇਹ। ਪਵਿੱਤਰਤਾ ਤੋਂ ਥੱਲੇ ਥੱਲੇ ਹੀ ਹੈ। ਪਵਿੱਤਰਤਾ ਇਸ ਸੰਸਾਰ 'ਚ ਹੈ, ਉੱਥੇ ਪਵਿੱਤਰਤਾ ਨਹੀਂ ਬਣਦੀ। ਪਵਿੱਤਰਤਾ ਤੋਂ ਪਰੇ ਦੀ ਗੱਲ ਹੈ ਹੁਣ ਇਹ। ਪ੍ਰੇਯੰ ਪਵਿੱਤਰੰ, ਉੱਥੇ ਕੀ ਹੈ? ਪਵਿੱਤਰ 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 ਪੁਨੀਤ। ਉਹ ਪੁਨੀਤ ਹੈ, ਪਵਿੱਤਰ ਨਹੀਂ ਹੈ ਹੁਣ। ਪਵਿੱਤਰਤਾ ਦੇ ਗਾਂਹ ਚਲੀ ਗਈ ਖੇਡ ਹੁਣ। ਪਵਿੱਤਰਤਾ ਤੋਂ ਵੀ ਗਾਂਹ ਲੰਘੀ ਗੱਲ। ਇਹ ਗੱਲ ਹੈ ਸੱਚਖੰਡ ਦੀ। ਹੁਕਮ ਵਰਤ ਰਿਹਾ, ਉਹ ਸੱਚਖੰਡ 'ਚ ਦੇਖ ਰਿਹਾ ਬੈਠਾ। ਇੱਥੇ ਉੱਥੇ ਹੋ ਰਿਹਾ ਹੁਕਮ, ਇੱਥੇ ਵਰਤ ਰਿਹਾ, ਦੋ ਇਕੱਠੇ ਹੀ ਦੀਦੇ ਨੇ। ਇਹ ਨਕਸ਼ਾ ਸਿਰੰਗ ਸੇਤ ਛਤਰਮ, ਸਿਰ ਦੇ ਉੱਤੇ ਚਿੱਟਾ ਛਤਰ ਹੈ। ਚਿੱਟਾ ਛਤਰ ਦਾ ਮਤਲਬ ਹੈ ਹੁਕਮ ਰੂਪੀ ਹੱਥ। ਚਤੁਰਭੁਜ ਹੈ, ਗਿਆਨ ਸਰੂਪ ਹੱਥ। ਗਿਆਨ ਚਿੱਟਾ ਹੀ ਹੁੰਦਾ ਨਾ, ਗਿਆਨ ਸਰੂਪੀ ਹੱਥ ਹੈ। ਭਾਣੇ ਦੇ ਵਿੱਚ ਹੈ ਕਹਿਣ ਦਾ ਮਤਲਬ। ਉਹ 24 ਘੰਟੇ ਭਾਣੇ ਦੇ ਵਿੱਚ ਰਹਿੰਦਾ, ਕੁਛ ਕਰੇ ਜਾਂ ਕੁਛ ਨਾ ਕਰੇ। ਜਦ ਰਾਜੇ ਹੈ, ਕੋਈ ਸੋਚ ਨਹੀਂ ਰਿਹਾ, ਕੁਛ ਵੀ ਨਹੀਂ ਕਰ ਰਿਹਾ, ਡਿਊਟੋ ਦੇਰ ਦੇ ਵਿੱਚ ਹੈ, ਤਾਂ ਵੀ ਭਾਣੇ ਦੇ ਵਿੱਚ ਹੀ ਹੈ। ਕੁਛ ਕਰਨਾ ਹੈ ਤਾਂ ਵੀ ਭਾਣੇ 'ਚ, ਕੁਛ ਨਹੀਂ ਕਰਨਾ ਤਾਂ ਵੀ ਭਾਣੇ 'ਚ। ਵਿਰਾਜੇ ਹੈ ਇੱਥੇ। ਵਿਰਾਜੇ ਕੁਛ ਨਹੀਂ ਕਰ ਰਿਹਾ, ਕੁਛ ਨਹੀਂ ਸੋਚ ਰਿਹਾ। ਵਿਰਾਜਾ ਹੈ ਤਾਂ ਵੀ ਸੱਤੇ ਛਤਰੇ ਹੈ, ਤਾਂ ਵੀ ਭਾਣੇ ਦੇ ਵਿੱਚ ਹੀ ਹੈ। ਇਹ ਨਹੀਂ ਆ ਵੀ ਜਦ ਬੋਲਣਾ ਚਰਚਾ ਕਰਨੀ ਜਦੇ ਭਾਣੇ ਦੀ ਲੋੜ ਹੈ, ਜਦੇ ਛਤਰ ਧਾਰਨ ਕਰਨਾ। ਹੁਣ ਵਿਰਾਜਿਆ ਹੋਇਆ ਲੰਮਾ ਪਿਆ ਹੈ ਦੇ ਉੱਤੇ ਸਿਰ ਤੇ ਛਤਰ, ਰਾਜੇ ਦੇ ਵੀ ਨਹੀਂ ਹੁੰਦਾ। ਛਤਰ ਤੇ ਜਦੇ ਹੀ ਅਜਾ ਤਖਤ ਤੇ ਬੈਠੂਗਾ, ਲੰਮੇ ਪੈ ਦੇ ਸਿਰ ਤੇ ਛਤਰ ਕਿੱਥੇ ਹੁੰਦਾ? ਇਹ ਤੇ ਵਿਰਾਜਿਆ ਹੋਇਆ ਲੰਮਾ ਪਿਆ ਹੈ, ਉਦੋਂ ਵੀ ਸਿਰ ਤੇ ਛਤਰ। ਇਹ ਛਤਰ ਹਰ ਵਕਤ ਰਹਿੰਦਾ। ਮਹਾਰਾਜ ਹੈ ਨਾ, ਉਹ ਜਿਹੜੇ ਛਤਰ ਰਾਜਿਆਂ ਵਾਲੇ ਹੁੰਦੇ ਨੇ ਉਹ ਹਰ ਵਕਤ ਨਹੀਂ ਹੁੰਦੇ ਸਿਰ ਤੇ। ਮਹਾਰਾਜ ਦਾ ਛਤਰ ਹਰ ਵਕਤ ਹੁੰਦਾ। ਇਸ ਕਰਕੇ ਇਹ ਛਤਰ ਔਰ ਛਤਰ ਅੱਡ ਅੱਡ ਕੀਤੇ ਨੇ। ਰਾਜਾ ਦੇ ਚਿੱਟੇ ਛਤਰ ਨਹੀਂ ਹੁੰਦੇ। ਸਿਰੰਗ ਸੇਤ ਛਤਰੰ ਸੋ ਸੁਭਰੰ ਵਿਰਾਜੰ, ਲਕੇ ਛੈਲ ਛਾਇਆ ਕਰੇ ਤੇਜ ਲਾਜੰ। ਜਿਹੜੇ ਛੈਲ ਛਬੀਲੇ ਨੇ ਹੋਰ ਨੇ, ਬੜੇ ਸੁੰਦਰ ਸੁੰਦਰ ਛਤਰ ਵਾਲੇ ਰਾਜੇ। ਇਹ ਆ ਇੱਥੇ ਧਰਮ ਗੁਰੂ ਬਣੇ ਫਿਰਦੇ ਨੇ, ਉਹ ਵੀ ਛਤਰ ਲਈ ਫਿਰਦੇ ਹੁੰਦੇ ਸੀ। ਇਹ ਰਾਜਾ ਦੇ ਛਤਰ ਹੁੰਦੇ ਨੇ। ਉਹ ਇਹਦੀ ਛਵੀ ਨੂੰ ਦੇਖ ਕੇ ਕਰੇ ਤੇਜ ਲਾਜੰ, ਬੜੇ ਬੜੇ ਤੇਜਸਵੀ ਜਗਤ ਗੁਰੂ ਜਿਹੜੇ ਬਣੇ ਫਿਰਦੇ ਨੇ, ਔਰ ਰਾਜੇ ਮਹਾਰਾਜੇ ਬਣੇ ਹੋਏ ਨੇ ਸੰਸਾਰ ਦੇ ਵਿੱਚ। ਉਹਦੀ ਛਵੀ ਨੂੰ ਦੇਖ ਕੇ ਝਾਲ ਝੱਲ ਨਹੀਂ ਸਕਦੇ। ਯਾਨੀ ਇੰਨਾ ਟਿਕਾਓ ਹੈ ਮਨ ਦੇ ਵਿੱਚ, ਇੰਨਾ ਕੌਨਫੀਡੈਂਸ ਹੈ। ਉਹਨਾਂ ਨੂੰ ਇੰਨਾ ਕੌਨਫੀਡੈਂਸ ਨਹੀਂ ਹੁੰਦਾ। ਉਹਦੀ ਛਵੀ ਦੇ ਅੱਗੇ ਟਿਕ ਨਹੀਂ ਪਾਉਂਦੇ, ਉਹ ਸ਼ਰਮ ਆਉਂਦੀ ਹੈ ਉਹਨਾਂ ਦੀ। ਝਾਲ ਝੱਲਦੇ ਨਹੀਂ ਉਸ ਮਤਲਬ ਜੋਤ ਦੀ ਝਾਲ ਨੂੰ ਨਹੀਂ ਝੱਲ ਸਕਦੇ, ਨੀਵੀਂ ਪੈ ਜਾਂਦੀ ਉਹਨਾਂ ਦੀ, ਸਾਹਮਣਾ ਨਹੀਂ ਕਰ ਸਕਦੇ। ਤੇਜ ਲਾਜਕ ਵਿਸਾਲਾਲ ਨੈਣੰ ਮਹਾਰਾਜ ਸੋਹੰ। ਵਿਸਾਲਾਲ ਨੈਣ, ਕਿਉਂਕਿ ਜਿਹੜੇ ਹੁੰਦੇ ਨੇ ਹੰਕਾਰੀ, ਉਹਨਾਂ ਦੇ ਜਿਹੜੀਆਂ ਅੱਖਾਂ ਹੁੰਦੀਆਂ ਨੇ ਉਹ ਖੁੱਲੀਆਂ ਰੱਖਦੇ ਨੇ, ਜ਼ਿਆਦਾ ਅੱਡ ਕੇ ਰੱਖਦੇ ਨੇ, ਔਰ ਲਾਲ ਅੱਖਾਂ ਹੁੰਦੀਆਂ ਨੇ। ਰੋਹ ਪਾ ਕੇ ਦੂਏ ਦੇ ਉੱਤੇ ਵਿਸ਼ਾਲ ਲਾਲ ਨੈਣ, ਵਿਸ਼ਾਲ ਅੱਖਾਂ ਔਰ ਲਾਲ। ਜਿਹੜੇ ਜੋਗੀ ਵਗੈਰਾ ਨੇ, ਉਹਨਾਂ ਦੀ ਅੱਖਾਂ ਲਾਲ ਹੁੰਦੀਆਂ ਨੇ, ਲਾਲ ਨੈਣ ਹੁੰਦੇ। ਤੇ ਅੱਖ ਤਾਂ ਲਾਲ ਨਹੀਂ ਚਾਹੀਦੀ। ਲਾਲ ਅੱਖ ਤਾਂ ਬਿਮਾਰੀ ਦੀ ਨਿਸ਼ਾਨੀ ਹੈ, ਬਲੱਡ ਪ੍ਰੈਸ਼ਰ ਦੀ ਨਿਸ਼ਾਨੀ ਹੈ। ਇਹ ਤਾਂ ਆਪ ਕੀਤੀ ਹੋਈ ਹੈ ਲਾਲ, ਉਹਨੇ ਗੁੱਸੇ ਨਾਲ ਕੀਤੀ ਹੋਈ ਹੈ, ਕਿਉਂ ਕੀਤੀ ਹੋਈ ਹੈ, ਜਾਂ ਦੂਏ ਤੇ ਰੋਹ ਪਾਉਣ ਨੂੰ ਕੀਤੀ ਹੋਈ ਹੈ। ਇਹਦਾ ਮਤਲਬ ਇਹਦੇ ਪਿੱਛੇ ਕ੍ਰੋਧ ਹੈ, ਇਹਦੇ ਪਿੱਛੇ ਹਠ ਹੈ, ਇਹਦੇ ਪਿੱਛੇ ਤਪ ਹੈ, ਇਹਦੇ ਪਿੱਛੇ ਕੁਛ ਹੋਰ ਹੈ, ਇਹਦੇ ਪਿੱਛੇ ਹੰਕਾਰ ਹੈ। ਵਿਸ਼ਾਲ ਲਾਲ ਨੈਣ ਦੇ ਪਿੱਛੇ ਕੁਛ ਹੋਰ ਚੀਜ਼ ਹੁੰਦੀ ਹੈ। ਵਿਸਾਲਾਲ ਨੈਣੰ, ਵਿਸ਼ਾਲ ਲਾਲ ਨੈਣ ਦੇ ਪਿੱਛੇ ਗਿਆਨ ਨਹੀਂ ਹੁੰਦਾ।
ਕਨਫੀਡੈਂਸ ਨਹੀਂ ਹੁੰਦਾ, ਕਨਫੀਡੈਂਸ ਦੀ ਘਾਟ ਹੁੰਦੀ ਹੈ। ਚੈਨ ਨਹੀਂ ਹੁੰਦਾ, ਅਮਨ ਨਹੀਂ ਹੁੰਦਾ, ਸ਼ਾਂਤੀ ਨਹੀਂ ਹੁੰਦੀ, ਉਹਦੀ ਘਾਟ ਦਾ ਨਾਲ ਨੈਣਕ ਹੁੰਦਾ। ਵਿਸ਼ਾਲ ਲਾਲ ਨੈਣਕ ਮਹਾਰਾਜ ਸੋਹੰ। ਮਹਾਰਾਜ ਸੋਹੰ, ਉਧਰ ਮਹਾਰਾਜ ਤਾਂ ਆਰਾਮ ਨਾਲ ਬੈਠਾ ਹੈ, ਉਧਰ ਉਹਨੇ ਅੱਖਾਂ ਲਾਲ ਕੀਤੀਆਂ ਹੋਈਆਂ ਨੇ। ਦੇਖੋ ਭਜੰਗ ਬਰੈਸ਼ ਹੁੰਦਾ, ਸੱਪ ਜਿਹਾ ਚੱਲਦਾ ਐਂ ਚੱਲਦਾ, ਆ ਲਕੀਰ ਹੈ ਸਿੱਧੀ, ਇੱਕ ਪਾਸੇ ਝੂਠ ਹੈ, ਇੱਕ ਪਾਸੇ ਸੱਚ ਹੈ। ਇੱਧਰ ਸੱਚ ਚਾ ਬੜੇ, ਜਦੇ ਲਾਈਨ ਟੱਪ ਕੇ ਝੂਠ ਚਾ ਬੜੇ, ਫਿਰ ਸੱਚ ਚਾ ਬੜੇ, ਫਿਰ ਝੂਠ ਐਂ ਜਾਂਦਾ ਹੈ ਛੰਦ। ਗੱਲ ਉਹਦੀ ਵੀ ਕਰ ਲੈਂਦਾ, ਜਦੇ ਉਹਦੀ ਕਰ ਲੈਂਦਾ, ਉਹਦੀ ਪੰਕਤੀ ਉਹਦੀ ਗੱਲ, ਅੱਧੀ ਉਹਦੀ ਗੱਲ, ਸਿੱਧਾ ਤੇ ਜਾਂਦਾ ਹੀ ਨਹੀਂ ਸਭ। ਇਹ ਖੰਨਾ ਤਿੱਖੀ ਵਾਲ ਦੀ ਕੀ ਗੱਲ ਹੈ, ਸੱਪ ਨੇ ਜਾਣਾ ਇੱਧਰ, ਝੂਠ ਵੀ ਜਾਣੇ, ਜਦੇ ਇੱਧਰ, ਜਦੇ ਇੱਧਰ, ਜਦੇ ਇੱਧਰ। ਉਹਦੀ ਗੱਲ ਕਰਦੀ ਵਿਸ਼ਾਲ ਲਾਲ ਲੈਣ ਦੀ, ਮਹਾਰਾਜ ਨੂੰ ਸੋਹਣ ਕਰਦਾ। ਮਹਾਰਾਜ ਤਾਂ ਉਹੀ ਹੈ, ਮਹਾਰਾਜ ਉਤਲਾ ਹੀ ਹੈ, ਮਹਾਰਾਜ ਤਾਂ ਉਤਲਾ ਹੀ ਹੈ, ਲਾ ਲੈਣਾ ਵਾਲਾ ਮਹਾਰਾਜ ਹੈ ਦੀ ਨਾ। ਉਹ ਹੈ ਜਿਹੜਾ ਪਿੱਛੇ ਹੈ, ਤੇਜ ਲਾਜਨ, ਤੇਜ ਆ ਨਾ ਉਹਦੇ ਅੰਦਰ, ਜਿਹਦੇ ਅੰਦਰ ਤੇਜ ਆ ਉਹਦੀਆਂ ਲਾਲ ਅੱਖਾਂ ਨੇ। ਤੇਜ ਕੀ ਹੈ? ਤੇਜ ਗੁੱਸਾ, ਅਕਲ ਨਹੀਂ ਤੇਜ, ਗੁੱਸਾ ਤੇਜ, ਅੱਗ ਤੇਜ, ਕ੍ਰੋਧ ਤੇਜ। ਢਿੱਗੰ ਅਸਮਾਲੰ ਹਸੰ ਕੋਟ ਕ੍ਰੋਹੰ। ਜਗਮ ਆਸਮਾਲੰ ਅੰਸਮਾਲੰ। ਹੁਣ ਉਹ ਜਿਹੜਾ ਹੈਗਾ ਗੁਰਮੁਖ, ਜਿਹੜਾ ਸੋਹਮ ਹੈ, ਆਰਾਮ ਨਾਲ ਬੈਠਾ, ਉਹਦੇ ਨੇੜੇ ਕੀ ਹੈ? ਢਿਗੰਗ, ਉਹਦੇ ਨਾਲ ਕੀ ਹੈ? ਹਸੰ ਕੋਟ ਕ੍ਰੋਹੰ। ਅੰਸਮਾਲੰ, ਉਹਦੇ ਤਾਂ ਸਿੱਖ ਸੰਗਤ ਬੈਠੀ ਹੈ ਨਾਲ। ਅੰਸਮਾਲੰ, ਅੰਸ ਹੁੰਦਾ ਜਿਵੇਂ ਸੂਰਜ ਦੇ ਆਲੇ ਕੀ ਹੁੰਦਾ? ਕਿਰਨਾ। ਸੂਰਜ ਦੇ ਆਲੇ ਕੀ ਕਿਰਨਾ, ਉਹਦੇ ਦਾ ਕਿਰਨਾ ਬੈਠੀ ਨੇ, ਅੰਸ ਬੈਠੇ ਨੇ। ਥੋੜਾ ਥੋੜਾ ਗਿਆਨ, ਉਹੀ ਗਿਆਨ ਉਹਨਾਂ ਕੋਲ ਜਿਹੜੇ ਬੈਠੇ ਨੇ ਆਲੇ ਸੰਗਤ। ਮਾਲੇ ਉਹਦੇ ਮਾਲਾ ਹੀ ਹੈ ਬਸ, ਉਹਦੇ ਨਾਲੇ ਨੇ ਉਹ ਸਾਰੇ। ਉਹਦੇ ਗਾਲਾਂ ਲੱਗੇ ਬੈਠੇ ਨੇ ਸਾਰੇ। ਉਹ ਜੋ ਬੋਲਣ ਨੂੰ ਝਾਕਦੇ ਨੇ ਵੀ ਕੀ ਬੋਲਦਾ ਤੇ ਲਈਏ, ਅੰਸ ਵਾਲੇ ਨਾ, ਤਾਂ ਉਹਦਾ ਹੀ ਅੰਸ ਹੈ, ਥੋੜਾ ਥੋੜਾ ਗਿਆਨ ਦਿੱਤਾ ਹੋਇਆ। ਹਸੰ ਕੋਟ ਕ੍ਰੋਹੰ। ਉਧਰ ਕੀ ਹੈ? ਹਸੰ ਕੋਟ ਉਹ ਕ੍ਰੋਹੰ। ਤਾਂ ਹੱਸ ਰਹੇ ਨੇ ਸਾਰੇ, ਸਿੱਖ ਸੰਗਤ ਤਾਂ ਹੱਸ ਰਹੀ ਹੈ, ਉਧਰ ਨੂੰ ਗੁੱਸਾ ਆ ਰਿਹਾ। ਉਹ ਗੁੱਸੇ ਦੇ ਕੋਟ 'ਚ ਬੈਠਾ ਹੈ, ਕਿਲੇ 'ਚ ਕੱਲਾ ਬੰਦਾ ਜਿਹੜਾ ਬੈਠਾ ਹੁੰਦਾ ਨਾ, ਇਹ ਤਪਸਵੀ, ਉਹ ਗੁੱਸੇ ਦੇ ਕਿਲੇ 'ਚ, ਕ੍ਰੋਧ ਦੇ ਕਿਲੇ 'ਚ ਬੈਠਾ ਹੁੰਦਾ। ਉਹ ਕੋਟ ਹੁੰਦਾ ਕਿਲਾ, ਕ੍ਰੋਧ, ਉਹਦਾ ਕ੍ਰੋਧ ਦੇ ਕੋਟ 'ਚ ਬੈਠਾ ਹੈ। ਉਧਰ ਆਪਣੇ ਹੱਸਦੇ ਨੇ ਬੈਠੇ ਆਰਾਮ ਨਾਲ, ਉਹ ਨਾ ਨਿਊਟਰਲ, ਉਹਨਾਂ ਨੂੰ ਕ੍ਰੋਧ ਦਾ ਗੱਲ ਹੀ ਨਹੀਂ ਹੈ। ਉਹ ਕ੍ਰੋਧ ਵਾਲੇ ਘਰ 'ਚ ਬੈਠੇ ਹੁੰਦੇ ਨੇ ਜਿਹੜੇ ਹੁੰਦੇ ਨੇ, ਉਹ ਨਿਊਟਰਲ, ਉਹ ਹੁੰਦੇ ਨੇ ਸਹਿਜ ਅਵਸਥਾ 'ਚ। ਸਹਿਜ ਅਵਸਥਾ ਵਾਲੇ ਹੱਸਦੇ ਹੁੰਦੇ ਨੇ, ਜਿਹੜੇ ਇਹ ਕ੍ਰੋਧੀ ਹੁੰਦੇ ਨੇ ਇਹ ਹੱਸਦੇ ਨਹੀਂ ਹੁੰਦੇ। ਇਹਨਾਂ ਦਾ ਹਾਸਾ ਵੀ ਹਾ ਹੂ ਦੀ, ਹਾ ਹੂ ਹਸ, ਹਾ ਹੂ ਦੀ। ਕਹੂੰ ਰੂਪ ਧਾਰੇ ਮਹਾਰਾਜ ਸੋਹੰ। ਤੇ ਹੁਣ ਉਤਲਾ ਮਹਾਰਾਜ ਫਿਰ ਆ ਗਿਆ। ਕਹੂੰ ਰੂਪ ਧਾਰੇ ਮਹਾਰਾਜ ਸੋਹੰ। ਕਿਤੇ ਰੂਪ ਧਾਰਿਆ ਹੈ ਮਹਾਰਾਜ ਦਾ। ਉਹ ਰੂਪ ਕਿਹੜਾ ਹੁੰਦਾ? ਤਲਵਾਰ ਦਾ ਰੂਪ ਹੈ, ਤੀਰ ਦਾ ਰੂਪ ਹੈ, ਗਦਾ ਦਾ ਰੂਪ ਹੈ। ਇਹਨੇ ਜਾਂ ਰੂਪ ਧਾਰਨਾ, ਸ਼ਾਸਤਰ ਦਾ ਧਾਰਨਾ ਰੂਪ। ਜਦ ਗਿਆਨ ਚਰਚਾ ਕਰਨੀ ਹੈ, ਹਥਿਆਰ ਦੇ ਰੂਪ 'ਚ ਕਰਨੀ ਹੈ। ਜਦੋਂ ਗਿਆਨ ਚਰਚਾ ਦਾ ਹਥਿਆਰ ਦਾ ਰੂਪ ਹੈ ਤਾਂ ਰੂਪ ਹੈ, ਫਿਰ ਇਹਦਾ ਰੂਪ ਬਣਨਾ। ਜੇ ਕੋਈ ਕੰਮ ਨਹੀਂ ਕਰਦਾ ਫਿਰ ਰੂਪ ਕੋਈ ਨਹੀਂ ਹੈ, ਫਿਰ ਉਤਲਾ ਰੂਪ ਹੈ ਬਸ। ਸੋਹਣ ਵਿਰਾਜਨ ਕਹੂੰ ਰੂਪ ਧਾਰੇ ਮਹਾਰਾਜ ਸੋਹੰ। ਕਿਤੇ ਰੂਪ ਧਾਰਿਆ ਹੋਇਆ। ਸੋਹੰ ਉਦੋਂ ਵੀ ਹੈ, ਉਦੋਂ ਕ੍ਰੋਧ ਉਦੋਂ ਵੀ ਹੈ ਨਹੀਂ। ਉਹ ਉਤਲਾ ਗੁਣ ਨਹੀਂ ਹੋਇਆ, ਉਤਲਾ ਗੁਣ ਨਹੀਂ ਕਰਾਇਆ, ਕ੍ਰੋਧ ਦੇ ਘਰ 'ਚ ਨਹੀਂ ਹੈ। ਫਿਰ ਵੀ ਚਿਹਰੇ ਦੇ ਉੱਤੇ ਨਹੀਂ ਫਰਕ ਪਿਆ ਹੈ, ਸ਼ਾਂਤੀ ਭੰਗ ਨਹੀਂ ਹੋਈ ਹੈ। ਫਿਰ ਵੀ ਸ਼ਾਂਤੀ ਭੰਗ ਨਹੀਂ ਹੋਈ, ਜੇ ਕੋਈ ਨਿੰਦ ਕਰੇ ਬੇਚੈਨੀ ਨਹੀਂ ਹੋਈ। ਜੇ ਕੋਈ ਨਿੰਦ ਕਰੇ ਹਰ ਜਾਣ ਕੇ ਆਪਣਾ ਗੁਣ ਨਾ ਗਵਾਵੇ।
ਉਹ ਜਾਈ ਹੱਸ ਕੇ ਫੇਰ ਗੱਲ ਹੈ ਜੀ ਪਹਿਲਾਂ ਕੱਪੜਿਆਂ ਦਾ ਬਾਹਰ ਨਹੀਂ ਹੁੰਦਾ। ਕਹੂੰ ਦੇਵ ਕਨਿਆਨ ਕੇ ਮਾਨ ਮੋਹਨ। ਕਹੂੰ ਦੇਵ ਕਨਿਆਨ ਕੇ ਮਾਨ ਮੋਹ। ਕਿਤੇ ਦੇਵ ਕਨਿਆਨ ਕੌਣ ਨੇ? ਜਿਹੜੀਆਂ ਮੱਤਾਂ ਨੇ ਦੇਵਤਿਆਂ ਦੀਆਂ। ਕੰਨਿਆ ਹੁੰਦੀ ਹੈ ਨਾ ਦੇਵ ਕੰਨਿਆ। ਸੰਤਾਂ ਦੀਆਂ ਮੱਤਾਂ ਸੰਤ ਸਮੂਹ ਅਨੇਕਮਤੀ ਕੇ ਜਿਹੜੇ ਪੋਜ਼ਿਟਿਵ ਸੰਤ ਨੇ, ਪੋਜ਼ਿਟਿਵ ਦੇਵਤੇ ਨੇ, ਜਿਹਨਾਂ ਨੂੰ ਭੁੱਖ ਹੈ ਰਾਮ ਦੀ, ਉਹ ਦੇਵਤੇ ਨੇ ਸਾਰੇ। ਜਿਹਨ ਮਾਨਸ ਤੇ ਦੇਵਤੇ ਕੀ ਹੈ? ਮਾਨਸ ਨੂੰ ਭੁੱਖ ਨਹੀਂ, ਮਾਨਸ ਨੂੰ ਮਾਇਆ ਦੀ ਭੁੱਖ ਹੈ। ਮਾਨਸ ਨੂੰ ਤਾਂ ਮਾਇਆ ਦੀ ਭੁੱਖ ਹੈ। ਗੁਰੂ ਨੇ ਨਾਮ ਦੀ ਭੁੱਖ ਵੱਲ ਨੂੰ ਲਾਇਆ ਵੀ ਜੋ ਲੈਣਾ ਹੈ ਉਹ ਤਾਂ ਇਕੱਠਾ ਕਰ। ਜਦੋਂ ਇੱਧਰ ਲੱਗ ਗਿਆ ਗੁਰਮਤਿ ਦਾ ਗਿਆਨ ਲੈਣ ਲੱਗ ਗਿਆ, ਫਿਰ ਇਹ ਦੇਵਤਾ ਬਣ ਗਿਆ। ਸੋਚੀ ਪ੍ਰਾਪਤ ਕਰ ਰਹੇ ਨੇ, ਆਤਮ ਗਿਆਨ ਦੀ ਪ੍ਰਾਪਤੀ ਕਰ ਰਹੇ ਨੇ, ਸਾਰੇ ਦੇਵਤੇ ਹੀ ਨੇ। ਉਹਨਾਂ ਦੇ ਜਿਹੜੇ ਮਨ ਨੇ ਮੋਹ ਰਿਹਾ ਹੈ, ਐਸੀ ਗੱਲ ਕਰ ਰਿਹਾ, ਐਸੇ ਬਚਨ ਨੇ ਕਿ ਉਹਨਾਂ ਦੇ ਮਨ ਦੇ ਵਿੱਚ ਮੋਹ ਪੈਦਾ ਹੁੰਦਾ। ਉਹਨਾਂ ਦੇ ਮਤਲਬ ਦੀ ਚੀਜ਼ ਉਹਨੂੰ ਮਿਲਦੀ ਹੈ, ਉੱਥੋਂ ਉਹਨਾਂ ਦੇ ਮਤਲਬ ਦੀ ਚੀਜ਼ ਮਿਲਦੀ ਹੈ ਨਾ। ਜਿੱਥੋਂ ਕਿਸੇ ਦੇ ਮਤਲਬ ਦੀ ਚੀਜ਼ ਮਿਲਦੀ ਹੋਵੇ ਉੱਥੇ ਉਹਦੀ ਰੁਚੀ ਹੋ ਜਾਣੀ, ਮੋਹ ਹੋ ਜਾਣਾ ਕੁਦਰਤੀ ਗੱਲ ਹੈ। ਖਾਲਸੇ ਦਾ ਗੁਰੂ ਘਰ ਨਾਲ ਮੋਹ ਕਿਉਂ ਹੋ ਗਿਆ ਸੀ? ਸਿੱਖਾਂ ਦਾ ਕਿਉਂ ਸੀ? ਉਹ ਵੀ ਮੋਹ ਅਸਲ 'ਚ ਪ੍ਰੇਮ ਸੀ, ਉਹ ਮੋਹ ਨਹੀਂ ਸੀ। ਉਹ ਵਰਗਾ ਹੀ ਹੁੰਦਾ ਹੈ ਉਹ ਵੀ ਪ੍ਰੇਮ, ਕਿਉਂਕਿ ਆਖਰ ਤੱਕ ਬੂਰੇ ਸਰੀਰ ਦੀ ਨਾ ਉੱਥੇ ਵੀ ਦੇਖਦਾ ਸਰੀਰ ਹੈ। ਕਹੂੰ ਵੀਰ ਹਵੈ ਕੇ ਧਰੇ ਬਾਣ ਪਾਣ। ਕਹੂੰ ਵੀਰ ਹੋਇਆ ਕਿ ਕਿਤੇ ਵੀਰਤਾ ਦੇ ਨਾਲ ਜੰਗ ਕਰ ਰਿਹਾ, ਕਿਤੇ ਵੀਰਤਾ ਨਾਲ। ਦੇਖੋ ਇੱਥੇ ਉਪਦੇਸ਼ ਕਰ ਰਿਹਾ, ਵੀਰ ਹਵੈ ਕੇ ਧਰੇ ਬਾਣ ਪਾਣ। ਜਦ ਮਾਨ ਮੋਹ ਹੋਊਗਾ ਉੱਥੇ ਉਪਦੇਸ਼ ਹੈ, ਉੱਥੇ ਉਪਦੇਸ਼ ਹੈ। ਜਦ ਪਾਣ ਕਰਨਾ ਫਿਰ ਕਿਸੇ ਨਾਲ ਚਰਚਾ, ਗਿਆਨ ਚਰਚਾ ਜਿਹੜਾ ਵਿਰੋਧੀ ਹੈ, ਜਿਹੜਾ ਚਰਚਾ ਕਰਨ ਆਇਆ, ਆਉਂਦੇ ਸੀ ਗੁਰੂ ਘਰ ਪੜ੍ਹਨ, ਚਰਚਾ ਕਰਨ ਵੀ ਆਉਂਦੇ ਸੀ, ਜਾਂ ਚਰਚਾ ਛਿੜਪੀ ਉੱਥੇ ਆਪਣੀ ਮਤ ਨੂੰ ਕੋਈ ਠੀਕ ਦੱਸ ਰਿਹਾ ਵੀ ਸਾਡੇ ਵਾਲੀ ਠੀਕ ਹੈ, ਇਹ ਵੀ ਠੀਕ ਹੈ, ਆ ਸਾਡੇ ਵਾਲੀ ਉਹ ਠੀਕ ਹੈ, ਤੁਹਾਡੇ ਵਾਲੀ ਠੀਕ ਨਹੀਂ। ਉੱਥੇ ਫਿਰ ਵੀਰਤਾ ਦੀ ਗੱਲ ਕਰਨੀ ਪਊਗੀ। ਵੀਰਤਾ ਹੁੰਦੀ ਹੈ ਨਾ ਧੜਕ ਹੋ ਕੇ ਗੱਲ ਕਰਨੀ, ਬੇਖੌਫ ਹੋ ਕੇ ਗੱਲ ਕਰਨੀ। ਸੱਚ ਬੇਖੌਫ ਹੋਏ ਬਿਨਾਂ ਬੋਲਿਆ ਨਹੀਂ ਜਾ ਸਕਦਾ। ਜੇ ਖੌਫ ਰੱਖੀਏ ਚਿੱਤ 'ਚ, ਸੱਚ ਨਹੀਂ ਫਿਰ ਬੋਲਿਆ ਜਾ ਸਕਦਾ। ਜਦੋਂ ਖੌਫ ਰੱਖੀਏ ਬਹੁਤ ਕੁਛ ਸਾਡੇ ਸਿੱਖਾਂ ਦੇ ਵਿੱਚ ਉਲਟ ਹੋਇਆ ਹੈ। ਜੇ ਖੌਫ ਰੱਖ ਕੇ ਬੋਲੀਏ ਫਿਰ ਤਾਂ ਦਰੁਸਤ ਨਹੀਂ ਹੋ ਸਕਦਾ। ਜੇ ਖੌਫ ਰੱਖ ਕੇ ਬੋਲੀਏ ਫਿਰ ਤਾਂ ਉਹ ਦਰੁਸਤ ਨਹੀਂ ਹੋਣਾ, ਕਦੇ ਵੀ ਨਹੀਂ ਹੋਣਾ ਦਰੁਸਤ, ਫਿਰ ਤਾਂ ਠੀਕ ਹੋਣਾ ਹੀ ਨਹੀਂ। ਹੋ ਦਰੁਸਤ ਕਰਨਾ ਹੈ ਜੇ ਤਾਂ ਖੌਫ ਛੱਡ ਕੇ ਹੀ ਬੋਲਣਾ ਪਊਗਾ। ਹੁਣ ਕੀ ਕਰਦੇ ਨੇ ਸਾਰੇ, ਕੀ ਨਹੀਂ ਕਰਦੇ, ਮਤਲਬ ਇਹ ਨਹੀਂ ਹੈ। ਕੀ ਕਰਨਾ ਚਾਹੀਦਾ ਸੀ ਜਿਹੜਾ ਅਸੀਂ ਨਹੀਂ ਕਰ ਰਹੇ, ਗੱਲ ਇਹ ਹੈ। ਲੋੜ ਇਸ ਗੱਲ ਦੀ। ਹੁਣ ਜੇ ਖੌਫ ਰੱਖੇ ਵੀ ਹੁਣ ਤਾਂ ਵੀ ਸਾਰੇ ਐਵੇਂ ਕਰਦੇ ਨੇ, ਹੁਣ ਕਾਹਨੂੰ ਕਹਿਣੀ ਇਹ ਗੱਲ, ਬੁਰਾ ਬਣਾਉਣਗੇ ਜਾਂ ਐ ਹੋਊਗਾ ਉਹ ਹੋਊਗਾ, ਇਹ ਖੌਫ ਰੱਖਿਆ ਤੇ ਉਹ ਤਾਂ ਠੀਕ ਹੈ ਨਹੀਂ ਹੋਣਾ। ਫਿਰ ਤਾਂ ਗੁਰਮਤਿ ਕਦੇ ਵੀ ਗੁਰਮਤਿ ਠੀਕ ਨਹੀਂ ਹੋਣੀ, ਕਦੇ ਵੀ ਸਿੱਖਾਂ ਨੇ ਗੁਰਮਤਿ ਨਹੀਂ ਆ ਸਕਣਾ। ਉਹਦਾ ਨੁਕਸਾਨ ਕੀ ਹੋਊ ਖੌਫ ਦਾ? ਸਵਾਲ ਇਸ ਗੱਲ ਦਾ ਹੈ। ਸਵਾਲ ਇਸ ਗੱਲ ਦਾ ਨਹੀਂ ਕਿ ਅੱਜ ਸਾਡੇ ਹੀ ਖਿਲਾਫ ਹੈ ਉਹ ਗੱਲ, ਅਸਲ ਸਾਡੇ ਖਿਲਾਫ ਨਹੀਂ ਹੈ। ਅਸੀਂ ਤਾਂ ਗੁਰਮਤਿ ਦੀ ਲਾਈਨ ਖਿੱਚੀ ਹੈ, ਅਸੀਂ ਗੁਰਮਤਿ ਦੀ ਲਾਈਨ ਤੋਂ ਉਲਟਾ, ਅਸੀਂ ਗੁਰਮਤਿ ਤੋਂ ਖਿਲਾਫ ਹਾਂ, ਗੁਰਮਤਿ ਨਹੀਂ ਸਾਡੇ ਖਿਲਾਫ ਹੈ। ਛੱਡਦੀ ਅਸੀਂ ਲਕੀਰ, ਕਹਿੰਦੇ ਆ ਸਾਡੇ ਖਿਲਾਫ ਹੈ ਗੱਲ, ਤੁਸੀਂ ਖਿਲਾਫ ਚਲੇ ਗਏ ਗੁਰਮਤਿ ਤਾਂ ਗੁਰਮਤਿ ਦੀ ਲਾਈਨ ਵਿਛਾਈ ਆ ਵੀ ਆ ਜਾਂਦੀ ਹੈ ਲਾਈਨ ਇੱਧਰ ਨੂੰ। ਅਸੀਂ ਕੀ ਕਰ ਰਹੇ ਹਾਂ ਉਹ ਵੀ ਨਾਲ, ਉਹ ਤਾਂ ਹੁਣ ਆਇਓ, ਅਸੀਂ ਜੋ ਕਰ ਰਹੇ ਹਾਂ ਉਹਦਾ ਦੀਦਾ ਹੀ ਹੈ, ਪਤਾ ਹੀ ਹੈ ਉਹਦਾ। ਤਾਂ ਕੋਈ ਕਹਿਣ, ਜੇ ਕਹਿ ਦੋ ਤਾਂ ਵੀ ਕੋਈ ਗੱਲ ਨਹੀਂ, ਨਾ ਕਹਿ ਦੋ ਤਾਂ ਵੀ ਕੋਈ ਗੱਲ। ਤੁਹਾਨੂੰ ਦੀਦਾ ਹੀ ਹੈ ਵੀ ਅਸੀਂ ਕੀ ਕਰ ਰਹੇ ਹਾਂ। ਸਿੱਖ ਕੋਈ ਨਵੇਂ ਨਹੀਂ ਬਣੇ ਹਨ, ਇਹ ਸਿੱਖ ਕੋਈ ਬਣਾਏ ਨਹੀਂ ਸੀ। ਸਿੱਖਿਆ ਦਿੱਤੀ ਸੀ ਹਿੰਦੂਆਂ ਨੂੰ, ਜਿਨ੍ਹਾਂ ਨੇ ਸਿੱਖਿਆ ਲੈ ਲਈ ਉਹ ਸਿੱਖ ਕਹਾ ਲਏ, ਬਾਕੀ ਹਿੰਦੂ ਨੇ।
ਹੁਣ ਵੀ ਜਿਹੜੇ ਸਿੱਖਿਆ ਲੈ ਲੈਣਗੇ ਹਿੰਦੂਆਂ 'ਚ ਸਿੱਖ ਬਣ ਜਾਣਗੇ। ਸਿੱਖਾਂ ਨੇ ਹਿੰਦੂ ਦੋ ਹੁੰਦਾ ਹੀ ਨਹੀਂ। ਜਿਵੇਂ ਅਸੀਂ ਅਨਪੜ੍ਹ ਦਾ ਨਾਂ ਹਿੰਦੂ ਕਹਿ ਦਈਏ, ਪੜ੍ਹੇ ਦਾ ਨਾਂ ਸਿੱਖ ਕਹਿ ਦਈਏ। ਬਲਕਿ ਦੁਰਮਤ ਦਾ ਨਾਂ ਹਿੰਦੂ ਨੂੰ ਵੀ ਪੜ੍ਹਦਾ। ਦੁਰਮਤ ਬਾਦਾ ਸਰਪਣੀ ਖਾਦਾ, ਦੁਰਮਤ ਦਾ ਬੰਨਿਆ ਹੋਇਆ ਹੀ ਸਰਪਣੀ ਦਾ ਮਾਇਆ ਦਾ ਡੰਗਿਆ ਹੋਇਆ, ਉਹ ਵੀ ਹਿੰਦੂ ਹੀ ਹੈ। ਉਹ ਵੀ ਹਿੰਦੂ ਹੀ ਹੈ। ਸਿੱਖ ਮਤ ਤੋਂ ਦੂਰ ਜਾਣਾ, ਛੱਡ ਜਾਣਾ ਦੁਰਮਤ ਹੁੰਦੀ ਹੈ। ਰਾਹ ਛੱਡ ਜਾਣਾ, ਜੇ ਰਾਹ ਛੱਡ ਕੇ ਤਾਂ ਰਾਹ ਤੇ ਰਾਹ ਤਾਂ ਹੀ ਦੱਸਿਆ ਵੀ ਰਾਹ ਤੇ ਆ ਜਾਓ ਮੁੜ ਕੇ। ਜਿਹਨੇ ਆਉਣਾ ਨਹੀਂ ਉਹਨੂੰ ਗੁੱਸਾ ਕਰਨ ਦੀ ਕੀ ਲੋੜ ਹੈ? ਜਿਹਨੇ ਆਉਣਾ ਨਹੀਂ ਹੈ ਕੀ ਤਾਂ ਉਹਨੂੰ ਗੁੱਸਾ ਕਰਨ ਦੀ ਲੋੜ ਹੈ? ਕੀ ਉਹਨੂੰ ਸਿੱਖ ਕਹਾਉਣ ਦੀ ਲੋੜ ਹੈ? ਜਦ ਮੈਂ ਉਹ ਕੰਮ ਕਰਨਾ ਹੀ ਨਹੀਂ, ਸਕੂਲ ਜਾਣਾ ਹੀ ਨਹੀਂ, ਮੈਂ ਐਵੇਂ ਦਮਾਲਾ ਬੰਨੀ ਫਿਰਾਂ ਵੀ ਮੈਂ ਤਾਂ ਜੀ ਸਿੱਖਾਂ, ਮੈਂ ਤਾਂ ਜੀ ਸਿੱਖਾਂ। ਕੀ ਫਾਇਦਾ ਇਸ ਗੱਲ ਦਾ? ਕੋਈ ਫਾਇਦਾ ਨਾ। ਕਹਾਣਾ ਤੈਨੂੰ ਕਿਸੇ ਨੇ ਮੰਨਣਾ ਨਾ ਇੱਥੇ ਮੰਨਣਾ। ਇਹਦਾ ਲਾਭ ਵੀ ਕੀ ਆ ਉਹਨੂੰ? ਕੀ ਸਰਟੀਫਿਕੇਟ ਮਿਲ ਜੂਗਾ ਸਿੱਖੀ ਦਾ ਇਹ ਕਰੇ ਤੇ? ਸਵਾਏ ਕਿ ਆਪ ਦੁਖੀ ਹੋਵੇ, ਗੁੱਸਾ ਕਰੇ, ਝਗੜਾ ਪੈਦਾ ਕਰੇ, ਹੋਰ ਬਿਆਨ ਦੇਵੇ, ਸਿੱਧਾ ਲਾਈਨ ਤੇ ਆ ਜਾਵੇ। ਹਾਂ ਆਇਆ ਦੱਸਿਆ ਵੀ ਇਹ ਲਾਈਨ ਜਿਹੜੀ ਦੱਸੀ ਜਾਂਦੀ ਹੈ ਸਿੱਖੀ ਦੀ, ਇਹ ਲਾਈਨ ਹੈ ਨਹੀਂ। ਇਹ ਤਾਂ ਗੱਲ ਹੈ ਨਾ ਕੁਛ ਵੀ ਸਹੀ ਲਾਈਨ ਨਹੀਂ ਹੈ, ਸਹੀ ਲਾਈਨ ਆਹ ਹੈ। ਇਹ ਤਾਂ ਗੱਲ, ਆਹ ਗੱਲ ਤਾਂ ਹੋ ਸਕਦੀ। ਇਹ ਤਾਂ ਅਕਲ ਦੀ ਗੱਲ ਹੈ ਨਾ। ਜੇ ਕੋਈ ਦੱਸਦਾ ਵੀ ਸਿੱਖੀ ਆ, ਉਹ ਕਹਿੰਦਾ ਨਹੀਂ ਬਈ ਇਹ 'ਚ ਕਮੀਆਂ ਹੋਏ, ਉਹ ਤਾਂ ਹੋਈ ਨਾ ਵਿਚਾਰ ਦੀ ਗੱਲ। ਉਹ ਤਾਂ ਗੱਲ ਹੈ, ਉਸ ਗੱਲ ਵਾਸਤੇ ਤਾਂ ਗੁੰਜਾਇਸ਼ ਹੈ। ਉਹ ਤਾਂ ਡਿਵੈਲਪਮੈਂਟ ਦੀ ਗੱਲ ਹੈ, ਤਾਂ ਵਧੀਆ ਗੱਲ ਹੈ। ਪਰ ਮੈਨੂੰ ਪਤਾ ਵੀ ਗਲਤ ਹੈ। ਮੈਂ ਇਹ ਵੀ ਕਹਾਂ ਵੀ ਕੋਈ ਕਹੇ ਬਣਾ ਵੀ ਰਾਹ ਵੀ ਗਲਤ ਹੈ, ਪਰ ਤੁਸੀਂ ਕਹੋ ਬਣਾ ਕਿਉਂ ਵੀ ਕਾਹਤੇ ਨਾ ਕਹੀਏ? ਤੂੰ ਪਾਬੰਦੀ ਲਾਉਣ ਵਾਲਾ ਕੌਣ ਹੁੰਦਾ? ਤੂੰ ਪਾਬੰਦੀ ਲਾਉਣ ਵਾਲਾ ਕੌਣ ਹੁੰਦਾ? ਗੱਲ ਤਾਂ ਗੁਰੂ ਦੀ ਹੈ, ਪਰਮੇਸ਼ਰ ਦੀ ਹੈ। ਤੂੰ ਪਾਬੰਦੀ ਲਾਉਣਾ, ਤੂੰ ਤਾਂ ਗੁਰੂ ਤੋਂ ਔਖੀਆਂ, ਗੁਰੂ ਤੋਂ ਵਿਰੁੱਧ ਖੜਾ। ਗੁਰੂ ਦੇ ਵਿਰੋਧੀ ਦਾ ਸਾਨੂੰ ਕੋਈ ਡਰ ਨਹੀਂ, ਕੋਈ ਭੈ ਨਹੀਂ ਹੈ। ਉਹ ਰਹੇ ਨੇ ਬਥੇਰੇ ਵਿਰੋਧੀ, ਉਹਨਾਂ ਨਾਲ ਖੜਾ ਜਿਹੜੇ ਪਹਿਲਾਂ ਗੁਰੂ ਘਰ ਦੇ ਵਿਰੋਧੀ ਖੜੇ ਨੇ। ਐਵੇਂ ਤੂੰ ਸਮਝਦਾਰ ਹੈ ਮੈਂ ਸਿੱਖਾਂ। ਰਣਜੀਤ ਸਿੰਘ ਨੂੰ ਕਹਿ ਰਿਹਾ ਸੀ ਖਾਲਸਾ ਸਾਹਿਬ ਤੋਂ ਵੀ ਉਹ ਰੰਗ ਜਿਹਾ ਹੈ। ਉਹਦੇ ਮੂੰਹ ਤੇ ਕਹਿ ਰਿਹਾ ਸੀ, ਉਹਦੇ ਕੋਲ ਗੱਲਾਂ ਚਲੀਆਂ ਜਾਂਦੀਆਂ ਵੀ ਉਹ ਰੰਗ ਜਿਹਾ ਹੈ। ਰਣਜੀਤ ਸਿੰਘ ਨੂੰ ਰੰਗ ਦੇ ਕਹਿੰਦੇ ਹੁੰਦੇ ਵੀ ਉਹ ਰੰਗ ਜਿਹਾ ਹੈ। ਤਾਂ ਜਿੰਨਾ ਇਹਨਾਂ ਨੁਕਸਾਨ ਕੀਤਾ, ਉਹ ਰੰਗਜੇਬ ਨੇ ਨੁਕਸਾਨ ਕੀਤਾ ਹੀ ਨਹੀਂ ਇਹਨਾਂ ਸਿੱਖੀ ਦਾ। ਚਾਹੇ ਉਹਨਾਂ ਨੇ ਕੁਛ ਵੀ ਕੀਤਾ ਮੁਸਲਮਾਨਾਂ ਨੇ, ਪਰ ਗੁਰਦੁਆਰਿਆਂ 'ਚ ਮੂਰਤੀਆਂ ਨਹੀਂ ਲੈਂਦੀਆਂ ਨੇੜੇ ਆਉਣ ਦਿੱਤੀਆਂ ਬਾੜੀਆਂ। ਗੁਰਦੁਆਰਿਆਂ 'ਚ ਢਾਹਤਾ ਉਹਨਾਂ ਨੇ, ਦਰਬਾਰ ਵੀ ਢਾਹਤਾ, ਸਭ ਕੁਛ ਕਰਤਾ, ਸਰੋਵਰ ਪੂਰਤਾ, ਮੂਰਤੀਆਂ ਤਾਂ ਨਹੀਂ ਨੇੜੇ ਲੈਂਦੀਆਂ। ਤੇ ਮੂਰਤੀਆਂ ਨੇੜੇ ਕਿਹਨੇ ਲੈਂਦੇ ਹਨ? ਜਿਸ ਨੇ ਸਰੋਵਰ ਹੈਗਾ ਜਾਂ ਮੂਰਤੀਆਂ ਲਿਆਓ, ਜਲ ਚੜਾਇਆ ਕਰਿਓ। ਇੱਕ ਧਰਮ ਨੂੰ ਹੀ ਬਦਲ ਦੇਣਾ, ਦੂਆ ਧਰਮ ਰੱਖ ਦੇਣਾ ਉਹਦੀ ਜਗ੍ਹਾ। ਜਿਵੇਂ ਦੇਖਿਆ ਨਾ, ਘੜਾ ਪੱਕਾ ਚੱਕ ਕੇ ਕੱਚਾ ਰੱਖਤਾ, ਜੇ ਚੱਕ ਕੇ ਲੈ ਜਾਂਦਾ ਕੱਚਾ ਨਾ ਰੱਖਦਾ ਤੇ ਕੋਈ ਗੱਲ ਨਹੀਂ ਸੀ, ਘੜਾ ਹੈ ਨਹੀਂ ਸੀ, ਉਹਨੇ ਜਾਣਾ ਨਹੀਂ ਸੀ। ਕੱਚਾ ਰੱਖਦਾ ਵੀ ਡੁੱਬ ਜਾਵੇ, ਕੱਚਾ ਤਾਂ ਰੱਖਿਆ ਡੁਬੋਣ ਵਾਸਤੇ। ਇਹ ਜ਼ਿਆਦਾ ਖਤਰਨਾਕ ਹੈ ਘੜਾ ਚੱਕ ਦੇਣ ਨੂੰ। ਉਹ ਘੜਾ ਚੱਕਦੇ ਤੇ ਉਹਨੇ ਕੱਚਾ ਰੱਖਤਾ। ਉਹ ਥੋੜੀ ਮਹੀਵਾਲ ਦੀ ਗੱਲ ਐਵੇਂ ਨਹੀਂ ਕੀਤੀ ਦਸਮ ਪਾਤਸ਼ਾਹ ਨੇ। ਇਹਦੇ ਵਿੱਚ ਜਿਹੜੇ ਰੌਲਾ ਪਾਉਂਦੇ ਨੇ, ਇਹਨਾਂ ਨੂੰ ਕੀ ਪਤਾ ਕੀ ਗੱਲ ਸੀ ਵਿੱਚ। ਉਹਦੀ ਸੋਹਣੀ ਮਹੀਵਾਲ ਦੀ ਗੱਲ ਕੀਤੀ, ਐਵੇਂ ਨਹੀਂ ਕੀਤੀ ਹੋਈ। ਇਹਨਾਂ ਨੂੰ ਕੀ ਪਤਾ ਕਿੱਥੇ ਮਾਰੀ ਹੈ ਗੱਲ। ਉਹ ਕੜਾ ਚੱਕ ਦੇਣਾ, ਭੰਨ ਦੇਣਾ, ਲੈ ਜਾਣਾ, ਇਹ ਗੱਲ ਅਲੱਗ ਹੈ। ਕੜਾ ਕੱਚਾ ਰੱਖ ਦੇਣਾ ਗੱਲ ਅਲੱਗ ਹੈ। ਧੋਖਾ ਹੈ, ਕਪਟ ਹੈ। ਤਾਂ ਰਣਜੀਤ ਸਿੰਘ ਨੇ ਕਮਾਇਆ ਕਪਟ। ਉਹਨਾਂ ਨੇ ਕੀਤਾ ਧੱਕਾ
ਧੱਕਾ ਕਰਨਾ ਹੋਰ ਗੱਲ ਹੈ, ਕਪਟ ਕਰਨਾ ਹੋਰ ਗੱਲ ਹੈ। ਤਾਂ ਕਪਟ ਹੈ। ਇਹ ਬਾਜ਼ਾਂ ਗੱਲਾਂ ਜੀ ਐਂ ਕੀਤਾ ਫਲਾਣਾ ਨੂੰ ਬੜਾ ਪਤਾ ਕਾਹਦੇ ਕੀਤਾ। ਉਹ ਖਤਰਨਾਕ ਗੱਲ ਹੈ। ਉਹਨੇ ਕੱਚਾ ਘੜੇ ਨੂੰ ਪੱਕਾ ਸਮਝ ਲਿਆ। ਉਹ ਚੱਕ ਕੇ ਦਰਿਆ ਦੇ ਘੜਾ ਖਰ ਗਿਆ। ਵੀ ਸਿੱਖ ਡੁੱਬ ਜਾਣ, ਡੁਬਾਉਣ ਵਾਸਤੇ ਰਣਜੀਤ ਸਿੰਘ ਨੇ ਕੀਤਾ ਹੈ। ਕੋਈ ਪਾਰ ਨਾ ਜਾ ਸਕੇ। ਧਰਮ ਨੂੰ ਬੰਦ ਕਰਨ ਵਾਲਾ ਹੋਰ ਚੰਗਾ ਹੈ, ਫਿਰ ਸ਼ੁਰੂ ਹੋ ਜੂ। ਬੰਦ ਕੀਤਾ ਹੈ ਨਾ। ਉਹ ਦਰਿਆ ਜਦ ਵੜੂ, ਜਦ ਘੜੇ ਦਾ ਇੰਤਜ਼ਾਮ ਕਰ ਲੂ ਆਪਣੇ ਦਾ, ਨਹੀਂ ਨਾ ਵੜੂ। ਉਹਨੇ ਕੱਚਾ ਰੱਖਤਾ ਉੱਥੇ ਲਿਆ ਕੇ। ਕਹੂੰ ਭੂਪ ਹਵੈ ਕੇ ਬਜਾਏ ਨਿਸ਼ਾਨੰ। ਕਹੂੰ ਭੂਪ ਹੋਇਆ ਕੇ ਬਜਾਏ ਨਿਸ਼ਾਨ। ਕਿਤੇ ਨਿਸ਼ਾਨ ਵਜਾਉਂਦਾ। ਨਿਸ਼ਾਨ ਕਿਵੇਂ ਵਜਾਉਂਦਾ? ਉਹ ਜਿਵੇਂ ਰਣਜੀਤ ਨਗਾਰਾ ਬਣਾਇਆ ਸੀ 10ਵੇਂ ਪਾਤਸ਼ਾਹ। ਇੱਥੇ ਵੀ ਰੌਲਾ ਪਿਆ ਸੀ ਨਾ, ਰਣਜੀਤ ਨਗਾਰਾ ਨਾ ਵਜਾਓ, ਰਾਜਿਆਂ ਦਾ ਕੰਮ ਹੈ। ਭੂਪ ਰਾਜਾ ਹੀ ਹੁੰਦਾ। ਜਦ ਨਿਸ਼ਾਨ ਵਜਾਉਂਦਾ ਨਾ, ਹੁਕਮ ਦੀ ਵਿਆਖਿਆ ਕਰਦਾ, ਭੂਪੇ ਹੁੰਦਾ, ਨਿਰਭੈ ਹੁੰਦਾ। ਇਵੇਂ ਜਦ ਨਗਾਰਾ ਵਜਾਉਂਦੇ ਨੇ, ਉਹ ਨਿਰਭੈ ਹੋ ਕੇ ਵਜਾਉਂਦੇ ਨੇ। ਉਹ ਬਾਹਰ ਹੈ, ਇਹ ਅੰਦਰ ਹੈ। ਅੰਦਰ ਦੀ ਗੱਲ ਹੈ। ਨਦਰੀ ਕਰਮ ਪਵੇ ਨਿਸ਼ਾਨ। ਉਹਦੀ ਮਿਹਰ ਹੁੰਦੀ ਹੈ, ਨਿਸ਼ਾਨ ਤਾਂ ਜਲ ਪੈਂਦਾ ਨਾ ਆ ਕੇ ਅੰਦਰ। ਗਗਨ ਤਾਂ ਦਬਾਮਾ ਵੱਜਦਾ ਨਾ, ਉਹਨੂੰ ਪ੍ਰਗਟ ਕਰਨਾ ਦਬਾਮੇ ਨੂੰ ਨਿਸ਼ਾਨ ਵਜਾਉਣਾ। ਜੇ ਸੁਣ ਕੇ ਚੁੱਪ ਕਰ ਜਵੇ ਫਿਰ ਤਾਂ ਨਿਸ਼ਾਨ ਨਹੀਂ ਨਾ ਵੱਜਦਾ। ਪੂਪ ਹੋਇਆ ਕਿ ਪੂਪ ਹੋਏ ਬਿਨਾਂ ਨਿਸ਼ਾਨ ਵੱਜਦਾ ਹੀ ਨਹੀਂ ਹੈ। ਫਿਰ ਤਾਂ ਉਹ ਬੁੱਲੇ ਵਾਲੀ ਗੱਲ ਹੈ। ਫਿਰ ਡਰ ਜਾਂਦਾ ਹੈ। ਮਾਰਨ ਬੋਲੇ ਯਾਰ ਥਾਈ ਇਹ ਤੇ ਗੁਪਤੀ ਬਾਤ ਸਿਖਾਉਂਦੀ ਹੈ। ਜੇ ਡਰ ਗਿਆ ਫਿਰ ਭੂਪ ਨਹੀਂ ਰਿਹਾ। ਜੇ ਨਹੀਂ ਡਰਿਆ ਫਿਰ ਮਹਾਭੂਪ ਹੋ ਗਿਆ। ਫਿਰ ਮਹਾਭੂਪ ਹਵੈ ਕੇ ਬਜਾਏ ਨਿਸ਼ਾਨੰ। ਮਹਾਭੂਪ ਤਾਂ ਹੀ ਹੈ ਨਾ। ਰਾਜਾ ਦਾ ਪੈ ਨਹੀਂ ਰਿਹਾ। ਮਹਾਭੂਪ ਦਾ ਮਤਲਬ ਹੈ ਸੰਸਾਰੀ ਵਡਿਆਈ। ਸੰਸਾਰ ਦੇ ਵਿੱਚ ਜਿਹੜੇ ਵੱਡੇ ਆਦਮੀ ਨੇ, ਆਪਣੇ ਆਪ ਨੂੰ ਸਮਝਦੇ ਨੇ, ਜਿਨ੍ਹਾਂ ਦੇ ਖਿਲਾਫ ਗੱਲ ਚੱਲਦੀ ਹੈ, ਉਹਨਾਂ ਦੀ ਭੈ ਨਹੀਂ ਰਹੀ। ਮਹਾਭੂਪ ਹੁੰਦਾ ਨਹੀਂ, ਮੈਂ ਭੈ ਬੰਦਾ। ਜਿਹੜੇ ਧਰਮ ਦੇ ਉੱਤੇ ਬੈਠੇ ਨੇ, ਆਪਣੇ ਆਪ ਨੂੰ ਪਾਵਰ ਚ ਹੋਏ, ਉਹਨਾਂ ਦੀ ਨਹੀਂ ਭੈ ਬੰਦਾ। ਨਾਨਕ ਨਹੀਂ ਭੈ ਬੰਦਾ ਕਿਸੇ ਦੀ, ਕਬੀਰ ਨਹੀਂ ਭੈ ਬੰਦਾ ਕਿਸੇ ਦੀ। ਬ੍ਰਾਹਮਣ ਦੇ ਹੱਥ 'ਚ ਬੜੀ ਪਾਵਰ ਹੈ। ਕਹਿੰਦੇ ਜੇ ਤੂੰ ਬ੍ਰਾਹਮਣੀ ਜਾਏ ਆਨ ਬਾਟ ਕਾਹੇ ਨਹੀਂ ਆਏ। ਦੇਖੋ ਰਵਿਦਾਸ ਕੀ ਕਹਿ ਰਿਹਾ। ਕਬੀਰ ਕਹਿ ਰਿਹਾ ਆਨ ਬਾਟ ਕਾਹੇ ਨਹੀਂ ਆਏ। ਕਿੰਨੀ ਨਿਰਭੈ ਹੋ ਕੇ ਗੱਲ ਕੀਤੀ ਹੈ। ਪਾਵਰ ਉਹਨਾਂ ਦੇ ਹੱਥ 'ਚ ਹੈ। ਰਵਿਦਾਸ ਉਹ ਵੀ ਕਹਿੰਦੇ ਤੁਮ ਕਤ ਲਹੂ ਤੁਮ ਕਾ ਦੂਧ। ਥੋੜੇ ਜਿਹੇ ਚੀਜ਼ ਤੇ ਦੁੱਧ ਨਿਕਲੂ, ਵੀ ਸਾਡੇ ਚ ਲਹੂ ਨਿਕਲਦਾ। ਬਸ ਇਹ ਰੀਤ ਇਹੀ ਹੈ। ਇਹਦੀ ਰੀਤ, ਇਹ ਪ੍ਰੇਮ ਦੀ ਰੀਤ ਇਹੀ ਹੈ। ਇਹ ਰੀਤ ਹੈ ਪ੍ਰੇਮ ਦੀ। ਇਹ ਐਵੇਂ ਚੱਲੂਗੀ ਖੇਡ, ਇਹਨੂੰ ਨਹੀਂ ਕੋਈ ਬੰਦ ਕਰ ਸਕਦਾ। ਐਵੇਂ ਚੱਲਦੀ ਆਈ, ਐਵੇਂ ਚੱਲੂਗੀ। ਜਿਨ੍ਹਾਂ ਦਾ ਢਿੱਡ ਦੁਖਣਾ ਉਹਨਾਂ ਦਾ ਦੁਖੀ ਜਾਣਾ, ਉਹ ਨਹੀਂ ਹਟਣਾ। ਜਿਨ੍ਹਾਂ ਦਾ ਢਿੱਡ ਦੁਖਣਾ ਉਹਨਾਂ ਦਾ ਦੁਖੀ ਵੀ ਜਾਣਾ, ਬੋਲਣ ਵਾਲੇ ਨੇ ਬੋਲੀ ਵੀ ਜਾਣਾ। ਸਮਝੇ ਨਹੀਂ? ਹਾਰੇ ਵੀ ਚਲੀ ਜਾਣਾ ਨੇ, ਚਲਖਦੀਆਂ ਵੀ ਚਲੀ ਜਾਣੀਆਂ ਨੇ, ਤਤੀਆਂ ਤਵੀਆਂ ਵੀ ਦਗੀ ਜਾਣੀਆਂ ਨੇ, ਉੱਪਰ ਦੇ ਕੜਾਹਾਂ 'ਚ ਵੀ ਸਭ ਕੁਝ ਹੋ ਹੀ ਜਾਣਾ ਇੱਥੇ। ਪਰ ਮਹਾਭੂਪ ਉਹਨਾਂ ਨੇ ਬੋਲੀ ਵੀ ਜਾਣਾ, ਉਹਨਾਂ ਨੇ ਹਟਣਾ। ਉਹਨਾਂ ਨੇ ਆਪਣਾ ਕੰਮ ਕਰੀ ਜਾਣਾ, ਉਹਨਾਂ ਨੇ ਆਪਣਾ ਕਰੀ ਜਾਣਾ। ਸੰਗਤਾਂ ਨੇ ਆਪਣਾ ਕੰਮ ਕਰਨਾ, ਸੰਤਾਂ ਨੇ ਆਪਣਾ ਕੰਮ ਕਰਨਾ। ਆਪਣੇ ਆਪਣੇ ਕੰਮ ਲੱਗੇ ਨੇ ਸਾਰੇ। ਕੋਈ ਕਿਸੇ ਕੰਮ ਦੇਖੋ ਨਾ, ਉਹ ਇਮਤਿਹਾਨ ਲੈਣ ਵਾਲਾ ਵੀ ਤਾਂ ਕੋਈ ਚਾਹੀਦਾ। ਭਗਤਾਂ ਦੇ ਇਮਤਿਹਾਨ ਦੇ ਲਊ ਕੌਣ? ਲੈਣ ਵਾਲੇ ਵੀ ਬਹੁਤ ਕਰੂਅਲ ਚਾਹੀਦੇ ਨੇ। ਕਰੂਅਲਾਂ ਦੀ ਵੀ ਲੋੜ ਹੈ। ਪਤਾ ਕਿਵੇਂ ਲੱਗੇ? ਜੇ ਬੰਦ ਨਾ ਕੱਟੇ ਜਾਂਦੇ, ਉਹਦਾ ਪਤਾ ਕਿਵੇਂ ਲੱਗਦਾ ਕੱਚੇ ਪੱਕੇ ਦਾ? ਉਹ ਬੰਦ ਕੱਟਣ ਵਾਲਾ ਵੀ ਕੋਈ ਚਾਹੀਦਾ ਹੀ ਸੀਗਾ। ਜੇ ਕੋਈ ਕੱਟਦਾ ਹੀ ਨਾ, ਪਤਾ ਕਿਵੇਂ ਲੱਗਦਾ? ਜੋ ਆਪਣਾ ਪਾਪ ਕਰੰਤਾ ਹੈ ਅਨੰਤਾ। ਜੇ ਕਹਿੰਦੇ ਅਸੀਂ ਪਾਪੇ ਨਾ ਕਰਦੇ, ਇਹ ਅਨੰਤਾ। ਪਤਿਤ ਪਾਵਨ ਨਾਮ ਤੇਰਾ ਕੈਸੇ ਹੁੰਦਾ? ਕਿਵੇਂ ਪਤਾ ਲੱਗਦਾ? ਤੇਰਾ ਜਿਹੜਾ ਨਾਮ ਹੈ ਪਤਨ ਪਾਵਨ ਕਰ ਦਿੰਦਾ। ਅਸੀਂ ਪਤਿਤ ਹੋਏ
ਕੱਪੜਾ ਮੈਲਾ ਹੋਇਆ ਸਾਬਣ ਨਾਲ ਧੋਤਾ ਤਾਂ ਪਤਾ ਲੱਗਿਆ ਸਾਬਣ ਚ ਗੁਣ ਹੈ। ਬੂਤ ਪਲੀਤੀ ਕੱਪੜਾ ਹੋਏ ਦੇ ਸਾਬਣ ਲਈਓ ਧੋਏ ਧੋਏ। ਪਰ ਇਹ ਮਤ ਪਾਪਾ ਕੇ ਸੰਗ ਧੋਪਾ ਨਾਵਾ ਕੇ ਰੰਗ। ਨਾਮ ਨਾਲ ਪਤਾ ਲੱਗਿਆ ਵੀ ਮਤ ਧੋਤੀ ਜਾਂਦੀ ਹੈ। ਜੇ ਮੈਲੀ ਹੋਈ ਤਾਂ ਹੀ ਪਤਾ ਲੱਗਿਆ, ਜੇ ਮੈਲੀ ਨਾ ਹੁੰਦੀ ਪਤਾ ਕਿਵੇਂ ਲੱਗਦਾ। ਇਸ ਕਰਕੇ ਜੇ ਸੰਸਾਰ ਹੁੰਦਾ ਤਾਂ ਉਹਦੇ ਗੁਣ ਪ੍ਰਗਟ ਹੁੰਦੇ ਨੇ। ਸੰਸਾਰ ਤੋਂ ਬਿਨਾਂ ਗੁਣਾਂ ਦਾ ਕੀ ਪਤਾ। जब पुण्य पाप है नहीं, जब आकार ही नहीं कुछ, आकार है कछु ना दृष्टि, तब पुण्य पाप तब कहते हो, तब पुण्य पाप होता ही नहीं। तब पाप ਨੂੰ ਕੱਟ ਦਿੰਦਾ ਨਾਮ। ਕਿਵੇਂ ਪਤਾ ਲੱਗਦਾ? ਪਤਾ ਕਿਵੇਂ ਲੱਗੂ? ਉਦੋਂ ਕੀ ਹੁੰਦਾ? ਉਦੋਂ ਨਿਰਗੁਣ ਹੁੰਦਾ ਹੈ। ਉਹ ਸਹਿਜ ਸੁਭਾਅ ਦੇ ਵਿੱਚ ਪ੍ਰਭ ਨਿਰਗੁਣ ਹੁੰਦਾ ਹੈ। ਜਦੋਂ ਸੁਭਾਅ ਤੇ ਕਿਹਾ ਹੁੰਦਾ ਨਾ ਸਹਿਜ ਸੁਭਾਅ ਹੁੰਦਾ, ਨਿਰਗੁਣ ਹੁੰਦਾ, ਉਦੋਂ ਗੁਣ ਨਹੀਂ ਪ੍ਰਗਟ ਹੁੰਦੇ। ਜਾਂ ਗੁਣ ਪ੍ਰਗਟ ਹੁੰਦੇ ਨੇ ਫਿਰ ਉਹਦਾ ਰੂਪ ਧਾਰਨ ਵੀ ਹੁੰਦਾ। ਉਹਦਾ ਰੂਪ ਵੀ ਹੋ ਜਾਂਦਾ। ਕਿਤੇ ਸਾਬਣ ਦਾ ਰੂਪ ਹੁੰਦਾ, ਕਿਤੇ ਤਲਵਾਰ ਦਾ ਰੂਪ ਹੁੰਦਾ, ਕਿਤੇ ਅੰਬਰ ਦਾ ਰੂਪ ਹੁੰਦਾ, ਸ਼ਾਂਤ ਕਰਦਾ ਅਗ ਨੂੰ। ਕਿਤੇ ਮੇਘੇ ਦਾ ਰੂਪ ਹੁੰਦਾ, ਕਿਤੇ ਕੁਛ ਹੁੰਦਾ, ਕਿਤੇ ਕੁਛ ਹੁੰਦਾ। ਫਿਰ ਉਹਦੇ ਰੂਪ ਨੇ ਅੱਡ ਅੱਡ। ਸਾਰੇ ਗੁਣ ਉਹਦੇ ਰੂਪ ਹੀ ਨੇ। कहूँ पूप हवै के बजाए निशानन। कहूँ भूप हो के बजाए निशानक। निशानक बजा रहा भूप हो के, नहीं परवाह करता किसी दी। ਉਹ ਬੋਲਦਾ ਜਦ ਜੇ ਮੈਂ ਬੁਲਾਇਆ ਤਾਂ ਬੋਲਦਾ। ਜੋ ਬੁਲਾਓ ਤਾਂ ਨਾਨਕਦਾਸ ਬੋਲੇ। ਨਾਨਕਦਾਸ ਕਿਸੇ ਦੀ ਕੀ ਪਰਵਾਹ ਕਰਦਾ? ਬੁਲਾਉਣ ਵਾਲਾ ਮਾਲਕ ਬੁਲਾਉਂਦਾ। रसावल छंद धनुर बाण धारे छके शैल भारे। ਧਨੁਰ ਬਾਣ ਧਾਰੇ। ਉਹਨੇ ਕੀ ਕੀਤਾ ਹੈ? ਧਨੁਰ ਦੇ ਉੱਤੇ ਤੀਰ ਚੜਾਇਆ ਹੈ। ਧਨੁਰ ਧਨੁਸ਼ ਬਾਣ ਧਾਰੇ, ਬਾਣ ਉੱਤੇ ਚੜਾਇਆ ਹੋਇਆ। ਧਨਕ ਚੜਾਇਓ ਸੱਤ ਕਾ। ਜਸ ਦਾ ਬਾਣ, ਜਸ ਦੇ ਤੀਰ ਛੱਡ ਰਿਹਾ ਨਾ। ਗੁਰਬਾਣੀ ਰਚ ਰਿਹਾ, ਸੱਚ ਬੋਲ ਰਿਹਾ। ਮੁਸਲਮਾਨ ਕਹਾਵਣ ਮੁਸ਼ਕਲ ਹੋਏ ਤਾਂ ਮੁਸਲਮਾਨ ਕਹਾਏ। ਦੇਖੋ ਰਾਜ ਮੁਸਲਮਾਨਾਂ ਦਾ ਛੱਡ ਰਿਹਾ ਨਾ ਤੀਰ। भाई मुसलमान कहना बड़ा मुश्किल है। मुसलमान बहुत ऊंचे अवस्था का नाम है। मुसलमान होना बहुत ऊंची अवस्था का नाम है। ईमान ते आ जाना बहुत ऊंची अवस्था का नाम है। पर जो कोई मुसलमान हो भाई होई मन कहे मैं मुसलमान हाँ, जना खना मुसलमान ना कहे अपने आप को। सिखा दे भी यही गल लागू होती है। सिख मुसलमान तो भी बड़ा है। मुसलमान के बंधन कटे कितने नहीं लिखे हुए। कहावण मुश्किल तो लिखा हुआ जरूर है, पर सतगुर तो सिख के बंधन कटे उन्होंने कट दिते। तो उदों अगां हो गई गल सिख की। तो सतगुर सिख के बंधन ਘੱਟ हटे। गुर का सिख बकार ते हटे। बकार फिर करता ही नहीं, हट जाता। ये उदों कहां की गल है। सच दे ज्ञान ने सिख दे बंधन कटते, जंजीरां कटतियां। गुणां ने औगण सारे कट दिते। एक बार तो मसा जंजीर कटिए दोबारा बैल्ड करता है। घोड़ी च घोड़ी फसाउंदा। बकार है दोबारा घोड़ी च घोड़ी फसाउणा। दोबारा तो फिर दोबारा जोड़ लाउणा भी कटे बंधन नूं फिर जोड़ ला लीए। एक बार तो हथकड़ी मसा टुटी है बेड़ी। चाकू मसा भज्या जेड़ चो। फिर वो बेड़ी का फिर बन उत्थे जाके फिर नहीं करता। फिर गुर का सिख बकार ते हटे हट जाता। फिर ये तो उच्ची अवस्था है सिख दी। पर की है जो सिख है कोई जे जा नहीं तो सिख कहने का हकदार नहीं है। जे कहना चाहता तो इधर भी आवे तुरे। जे कहना चाहता तो फिर माड़ी गल नहीं है, बहुत चंगी गल है कहना। पर करे भी कुछ कहण खातर। तुरे भी एक दो कदम उधर तो लगातार कोशिश होवे तुरन दी। कोशिश होवे तुरन दी हर वक्त। सरंजाम लाख पबजल तरन के सारी ताकत लाई होवे तरन वास्ते। नहीं तो जन्म बिरथा जात रंग माया के। जे माया दे रंग बिरथा जा रहा कहना मैं सिख, फिर बड़ा धोखे चाहूं।
ਫਿਰ ਉਹ ਮੁਸਲਮਾਨ ਵਾਲੀ ਪੰਕਤੀ ਲਾਗੂ ਹੁੰਦੀ ਹੈ। ਫਿਰ ਉਹੀ ਪੰਕਤੀ ਲਾਗੂ ਹੋਏ ਤਾਂ ਮੁਸਲਮਾਨ ਕਹੇ, ਉਹ ਸਾਨੂੰ ਕਹਿ ਦੇਣਗੇ, ਮੁਸਲਮਾਨ ਕਹਿਣ ਲੱਗ ਜਾਣਗੇ ਹੁਣ ਵੀ ਤੁਸੀਂ ਕਰਦੇ ਹੋ ਬਈ, ਸਾਨੂੰ ਕਹਿੰਦੇ ਸੀ ਇਹ ਤੁਹਾਡੇ ਗੁਰੂ ਸਾਨੂੰ ਕਹਿੰਦੇ ਸੀ, ਆ ਤੁਸੀਂ ਹੁਣ ਕੀ ਕਰਦੇ ਹੋ? ਕਮ ਸੇ ਕਮ ਤੁਸੀਂ ਤਾਂ ਮੰਨ ਲਓ ਆਪਣੇ ਗੁਰੂ ਦੀ, ਅਸੀਂ ਤਾਂ ਨਹੀਂ ਮੰਨੀ। ਕਿ ਸਾਡਾ ਕਿਹੜਾ ਗੁਰੂ, ਅਸੀਂ ਤਾਂ ਪਾਬੰਦ ਨਹੀਂ ਮੰਨਦੇ, ਅਸੀਂ ਤਾਂ ਕਹਾਂਗੇ ਮੁਸਲਮਾਨ। ਤੁਸੀਂ ਸਿੱਖ ਕਿਉਂ ਕਹੋਨੇ ਹੋ? ਤੁਸੀਂ ਆਪਣੇ ਤੇ ਲਾਗੂ ਕਰ ਲਓ। ਚੁੱਪ ਕਰਨ ਤੋਂ ਸਿਵਾ ਕੁਛ ਨਹੀਂ ਹੈ ਸਾਡੇ ਕੋਲ। ਇਹਦੇ ਜਵਾਬ ਜੇ ਮੁਸਲਮਾਨ ਇਹ ਗੱਲ ਕਹਿੰਦੇ ਨੇ, ਸਾਡੇ ਕੋਲ ਚੁੱਪ ਨੀਵੀਂ ਪਾਉਣ ਤੋਂ ਸਿਵਾ ਕੁਛ ਨਹੀਂ ਰਹਿ ਜਾਂਦਾ। ਸਾਡੇ ਬਾਣੀ ਚ ਲਿਖੀ ਹੈ ਨਾ, ਲਿਖੀ ਤਾਂ ਸਾਡੇ ਕੋਲ ਹੋਈ ਹੈ ਨਾ। ਤੁਸੀਂ ਹੁਣ ਕੀ ਕਰਦੇ ਹੋ? ਜੋ ਕਹਿ ਦੋ ਨਾ ਤਾਂ ਸਿਵਾ ਨੀਵੀਂ ਪਾਉਣ ਤੋਂ ਕੁਛ ਨਹੀਂ ਹੈ ਸਾਡੇ ਕੋਲ। ਅਰੇ ਰਾਗੀ ਢਾਡੀ ਚੌੜੀਆਂ ਛਾਤੀਆਂ ਕਰਕੇ ਤੇ ਬੋਲੀ ਜਾਂਦੇ ਨੇ, ਕਾਹਦੇ ਅਸਰੇ ਬੋਲਦੇ ਨੇ? ਅੰਦਰ ਕੀ ਹੈ ਉਹਨਾਂ ਦੇ? ਸਭ ਫਰਾਡ ਹੈ, ਪਖੰਡ ਹੈ। ਜਦੋਂ ਕੋਈ ਮੂਹਰੇ ਮਿਲ ਗਿਆ ਤੇ ਭਿੱਜੀ ਬਿੱਲੀ ਮੋਂ ਬਹਿ ਜਾਣਗੇ ਚੁੱਪ ਕਰਕੇ। ਜੇ ਮਿਲ ਜਾਂਦਾ ਭਿੱਜੀ ਬਿੱਲੀ ਮੋਂ ਬਹਿ ਵੀ ਜਾਂਦੇ ਨੇ ਚੁੱਪ ਕਰਕੇ। ਧਨੁਰ ਬਾਣ ਧਾਰੇ ਛਕੇ ਸ਼ੈਲ ਭਾਰੇ। ਧਨੁਰ ਬਾਣ ਧਾਰੇ, ਆ ਹੈ ਸਿੱਖ ਦੀ ਅਵਸਥਾ। ਧਨੁਰ ਬਾਣ ਧਾਰੇ ਛਕੇ ਸ਼ੈਲ ਭਾਰੇ। ਜਿਹੜੇ ਬੜੇ ਬੜੇ ਸੀ ਨਾ, ਸ਼ੈਲ ਆਪਣੇ ਆਪ ਨੂੰ ਸਮਝਦੇ ਸੀ ਵਿਦਵਾਨ, ਸਾਰੇ ਆਨੰਦ ਕਰਤੇ, ਮਾਰ ਮਾਰ ਕੇ ਤੀਰ ਬਣਾਤੇ, ਪਾਣਾ ਬਣਾਤੇ। ਉਹ ਪਾਣਾ ਹੀ ਬਣਾਉਣਾ ਸੀ, ਹੋਰ ਕੀ ਕਰਨਾ? ਸਭ ਨੂੰ ਪਾਣਾ ਆਪ ਮੰਨਣਾ, ਦੂਏ ਨੂੰ ਬਣਾਉਣਾ। ਛਕੇ ਸ਼ੈਲ ਭਾਰੇ ਬਣਾਤੇ ਪਾਣਾ। ਇਹ ਪਾਣਾ ਮੰਨਣਾ ਪੈਣਾ। ਪਾਣੇ ਨੂੰ ਵੱਡਾ ਕੋਈ ਨਹੀਂ ਭਾਈ। ਜੋ ਉਹ ਚਾਹੁੰਦਾ ਹੁੰਦਾ, ਕੋਈ ਪਾਣਾ ਨਹੀਂ ਮੋੜ ਸਕਦਾ। ਕੋਈ ਵੀ ਸ਼ਖਸ ਪਾਣਾ ਨਹੀਂ ਮੋੜ ਸਕਦਾ। ਪਾਣਾ ਮੋੜ ਹੋ ਜਾਂਦਾ। ਇਹ ਸਾਖੀ ਨੇ ਸਾਡੇ ਘੜ ਕੇ ਬਣਾਤੀਆਂ। ਇਹ ਸਾਨੂੰ ਲੱਗ ਗਿਆ ਸਿੱਖੀ ਨੂੰ ਕਿ ਪਾਣਾ ਵੀ ਮੁੜ ਸਕਦਾ ਹੈ। ਇਹ ਤਾਂ ਸਾਖੀਆਂ ਬਣਾਤੀਆਂ ਸਾਡੇ ਸਾਧਾਂ ਨੇ। 100 ਸਾਲ ਕੀ ਕੰਮ ਕੀਤਾ? ਇਹੀ ਕੀਤਾ। ਹਿੰਦੂ ਮਤ ਪਾਣੇ ਨੂੰ ਮੰਨਦੇ ਨਹੀਂ ਸੀ। ਉਹਨਾਂ ਨੇ ਐਸੀਆਂ ਸਾਖੀਆਂ ਘੜ ਕੇ ਬਾੜਦੀਆਂ, ਪਾਣਾ ਮੰਨਣ ਤੋਂ ਹੀ ਪੁੱਠਾ ਕਿਹੜਾ ਦੇਤਾ। ਸਿਰਫ ਇਸ ਗੱਲ ਨੂੰ ਸਾਨ ਲਾਇਆ ਸਾਖੀਆਂ ਨਾਲ ਕਿ ਪਾਣਾ ਤੋਂ ਵਿਰੋਧ ਕਰਤਾ ਸਿੱਖਾਂ ਨੂੰ। ਬਸ ਪਾਣਾ ਛੱਡ ਗਏ, ਸਿੱਖੀ ਛੱਡ ਗਏ। ਜਿਹੜਾ ਪਾਣਾ ਮੰਨਣ ਨੂੰ ਛੱਡ ਗਿਆ, ਇਹੀ ਸਿੱਖੀ ਨੂੰ ਛੱਡ ਗਿਆ। ਸਿੱਖੀ ਦਾ ਆਖਰੀ ਕੀ ਹੈ? 100 ਰਸਾ ਸਿਰੇ ਤੇ ਗੰਢ। ਪਾਣਾ ਮੰਨਣਾ, ਬਸ ਪਾਣੇ ਚ ਰਹਿਣਾ। ਪਾਣਾ ਮਿੱਠਾ ਕਰਕੇ ਮੰਨਣਾ। ਤੇਰਾ ਪਾਣਾ ਮਿੱਠਾ ਲੱਗਾ ਨਾ, ਪਦਾਰਥ ਨਾਨਕ ਮੰਗਾ। ਆਖਰੀ ਗੱਲ ਹੈ ਸਿੱਖੀ ਦੀ। ਇੱਥੇ ਪਹੁੰਚਣਾ ਅਖੀਰ ਨੂੰ। ਮੰਗ ਗਿਆ ਨਾ ਪਦਾਰਥ ਦੀ। ਮਿੱਠਾ ਕੀ ਲੱਗਦਾ? ਪਾਣਾ। ਘਾਟਾ ਪੈ ਗਿਆ, ਵਾਧਾ ਹੋ ਗਿਆ, ਕੋਈ ਜਬ ਪਿਆ, ਮਰ ਗਿਆ, ਬਿਮਾਰ ਹੋ ਗਿਆ, ਨੁਕਸਾਨ ਹੋ ਗਿਆ, ਜੋ ਹੁੰਦਾ ਹੋਈ ਜਾਵੇ, ਇਹ ਹੁੰਦਾ ਹੀ ਰਹਿਣਾ। ਨਾਨਕ ਮੰਗਦਾ ਨਾ ਪਦਾਰਥ। ਪਾਣਾ ਤੇਰਾ ਮਿੱਠਾ ਲੱਗਦਾ, ਚਾਹੇ ਹੱਕ ਚ ਚਾਹੇ ਖਿਲਾਫ ਹੈ। ਇਹ ਅਵਸਥਾ ਸਿੱਖ ਦੀ। ਤੇ ਸਾਡੀ ਤਾਂ ਹੈ ਨਹੀਂ ਫਿਰ ਅਵਸਥਾ। ਸਾਡੀ ਤਾਂ ਵਿਰੁੱਧ ਅਵਸਥਾ। ਇਹਨੂੰ ਕਹਿੰਦਾ ਉਨਮਨੀ ਅਵਸਥਾ। ਇਹਦਾ ਹੀ ਨਾਮ ਹੈ ਜਿਹੜੀ ਉਨਮਨੀ ਅਵਸਥਾ ਕਹਿੰਦੇ ਨੇ। ਆਹੀ ਉਨਮਨੀ ਹੈ ਅਵਸਥਾ। ਪਰਵਾਹ ਨਹੀਂ ਕੀ ਹੋ ਰਿਹਾ। ਮਨ ਮਾਇਆ ਚ ਹੈ ਉਹ ਨਹੀਂ। ਮਨ ਮਾਇਆ ਉਹਦੇ ਵਿੱਚ ਮਾਇਆ ਦੇ ਘਾਟੇ ਵਾਧਿਆਂ ਨੂੰ ਪਰਵਾਹ ਨਹੀਂ ਕਰਦਾ। ਜਾਂ ਉਨਮਨੀ ਅਵਸਥਾ ਕਹਿੰਦੇ ਨੇ। ਕੀ ਹੋ ਰਿਹਾ ਮਾਇਆ ਚ? ਹੁੰਦਾ ਰਹੇ। ਜੋ ਹੋਣਾ ਉਹ ਸਾਡੇ ਵੱਸ ਦੀ ਗੱਲ ਨਹੀਂ ਹੈ। ਅਸੀਂ ਹਟਾ ਨਹੀਂ ਸਕਦੇ। ਹੋਣਾ ਜੋ ਹੋਏਗਾ। ਇਹ ਉਨਮਨੀ ਅਵਸਥਾ ਇਸ ਨੂੰ ਕਹਿੰਦੇ ਨੇ ਜੋਗੀ। ਇਹ ਉਨਮਨੀ ਅਵਸਥਾ। ਸਾਡੇ ਵੱਸ ਵਿੱਚ ਕੁਝ ਨਹੀਂ, ਫਿਰ ਕੀ ਫਾਇਦਾ? ਕੁਛ ਨਹੀਂ ਹੈ ਵੱਸ ਵਿੱਚ। ਲਏ ਖਗ ਐਸੇ ਮਹਾਵੀਰ ਜੈਸੇ। ਐਸੇ ਗਿਆਨ ਖੜਗ ਹੱਥ 'ਚ ਰੱਖਦਾ। ਗਿਆਨ ਖੜਗ ਇਸ ਤਰੀਕੇ ਨਾਲ ਰੱਖਦਾ ਜਿਵੇਂ ਮਹਾਵੀਰ ਯੋਧੇ ਹਰ ਵਕਤ ਗਿਆਨ
ਤਲਵਾਰ ਹੱਥ 'ਚ ਰੱਖਦੇ ਨੇ ਪੈਰ ਮਹਾਂਵੀਰ ਜੈਸੇ। ਜੇ ਮਹਾਂਵੀਰ ਰੱਖਦੇ ਨੇ ਤਲਵਾਰ ਰੱਖਦੇ ਹੀ ਨੇ ਬਾਕੀ। ਹੁਣ ਬਾਹਰਲੀ ਤਾਂ ਰੱਖ ਲਈ ਖਾਲਸੇ ਨੇ, ਉਹ ਭੁੱਲ ਗਏ ਅਸਲੀ ਭੁੱਲ ਗਏ, ਬਾਹਰਲੀ ਰੱਖ ਲਈ। ਉਹ ਰਹਿਤ ਅੰਦਰ ਲੈਂਦੀ ਸੀ, ਬਾਹਰਲੀ ਤਾਂ ਦਿਖਾਵਾ ਸੀ। ਬਾਹਰਲੀ ਤਾਂ ਸੀ ਨਾ, ਉਹ ਗੱਲ ਪੈ ਗਏ ਦੂਏ। ਛੇਵੇਂ ਪਾਤਸ਼ਾਹ ਨੇ ਬਾਹਰਲੀ ਤਾਂ ਪਾਈ ਸੀ, ਪਹਿਲਾਂ ਨਹੀਂ ਪਾਈ। ਸੀ ਆਹ ਅਸਲ 'ਚ ਇਹ ਲਿਖਿਆ ਪਹਿਲਾਂ, ਤਲਵਾਰ ਦੀ ਰਹਿਤ ਪਿੱਛੋਂ ਦੱਸੀ। ਲਿਖੀ ਪਹਿਲਾਂ ਦੀ ਇਹ ਪੰਕਤੀਆਂ ਜਿਹੜੀਆਂ ਪੜ੍ਹ ਰਹੇ ਆ ਪਹਿਲਾਂ ਲਿਖ ਦਿੱਤੀਆਂ। ਇਹ ਅੰਮ੍ਰਿਤ ਬਾਅਦ 'ਚ ਤਿਆਰ ਹੋਇਆ। ਅਸਲ ਗੱਲ ਸੀ, ਹਰ ਵਕਤ ਗਿਆਨ ਖੜਕ ਨੂੰ ਤਿਆਰ ਪਰ ਤਿਆਰ ਰੱਖਦਾ। ਹੋਰ ਕਿਹੜੇ ਬੜੇ ਲੋੜ ਪੈ ਜਾਏ। ਜੇ ਸ਼ਬਦ ਦੀ ਸਾਣ ਤੇ ਰੋਜ਼ ਲਾਉਣ ਦਾ ਮਤਲਬ ਕੀ ਹੈ? ਰੋਜ਼ ਬਾਣੀ ਪੜ੍ਹਨ ਦਾ ਮਤਲਬ ਕੀ ਹੈ? ਸ਼ਬਦ ਦੀ ਸਾਣ ਤੇ ਤਲਵਾਰ ਲੱਗੀ ਰਹੇ, ਗਿਆਨ ਨਾਲ ਜੁੜਿਆ ਰਹੇ। ਸ਼ਬਦ ਦਾ ਸਾਣ ਰਖਾਈ ਲਾ ਕੇ ਰੋਜ਼ ਤਲਵਾਰ ਨੂੰ ਪਹਿਲਾਂ ਧਾਰ ਲਾ ਕੇ ਤਿਆਰ ਕਰਕੇ ਰੱਖੇ, ਬਸ। ਬਾਕੀ ਸੰਸਾਰ ਦੇ ਕੰਮ ਕਰਦਾ ਰਹੇ। ਫਿਰ ਜੁਰੇ ਜੰਗ ਜੋਰੰ ਕਰੇ ਜੁਦ ਘੋਰੰ। ਜਦੋਂ ਜੰਗ ਜੁੜ ਜਾਵੇ ਕਿਤੇ, ਕੀ ਪਤਾ ਕਿਹੜੇ ਵੇਲੇ ਜੁੜ ਜਾਏ, ਕਿੱਥੇ ਕੋਈ ਮੌਕਾ ਆ ਜਾਏ। ਜੇ ਜੰਗ ਜੁੜਦੀ ਹੈ ਜ਼ੋਰ ਨਾਲ, ਫਿਰ ਜੁੱਧ ਘੋਰ ਜੁੱਧ ਕਰੇ। ਫਿਰ ਦੱਸ ਦੇਵੇ ਅਗਲੇ ਨੂੰ ਕਿਹੜੇ ਪਾ। ਫਿਰ ਤਲਵਾਰਾਂ ਦੇ ਵਿੱਚ ਪਤਾ ਲੱਗ ਜੂ ਨਾ ਕਿਹੜੀ ਤਲਵਾਰ 'ਚ ਕਿੰਨਾ ਜ਼ੋਰ ਹੈ। ਤਲਵਾਰ ਖੜਦੀ ਹੈ ਮੂਹਰੇ, ਕਬੀਦੀ ਤੇਰੀ ਤਲਵਾਰ ਦੇ ਬੀਦੀ ਨਿਕਲ ਜਾਂਦੀ ਹੈ। ਉਹ ਮੁੱਠਾ ਹੱਥ ਰਹਿ ਜਾਂਦਾ ਥੋੜਾ ਜਿਹਾ। ਜਦੋਂ ਗਿਆਨ ਚਰਚਾ ਹੁੰਦੀ ਹੈ ਨਾ, ਗਿਆਨ ਚਰਚਾ ਜੁੱਧ ਘੋਰ ਨੂੰ ਕਹਿੰਦੇ ਨੇ। ਜਦੋਂ ਗਿਆਨ ਚਰਚਾ ਹੁੰਦੀ ਹੈ ਨਾ, ਵਗ ਜਾਂਦੀ ਹੈ। ਫਿਰ ਘੋਰ ਜੁੱਧ ਕਰਦਾ, ਕਰੇ ਜੁੱਧ ਘੋਰੰਗ। ਹੁਣ ਜੁੱਧ ਘੋਰੰਗ ਦਾ ਸਮਾਂ ਆਇਆ ਹੋਇਆ ਨਾ। ਅਜੋ ਤਾਂ ਇਹਨਾਂ ਛੇੜੀ ਹੈ ਥੋੜੀ ਜਿਹੀ ਲੜਾਈ। ਲੱਭਣਾ ਵੀ ਨਹੀਂ ਇਹਨਾਂ ਨੇ, ਜਿਹੜੇ ਫਿਰ ਨਾ ਗੱਲਾਂ ਕਰਦੇ। ਕੋਈ ਤਾਂ ਲੱਭਣਾ ਹੀ ਨਹੀਂ ਹੈ ਇਹਨਾਂ ਨੇ। ਉਹ ਜੁੱਧ ਵਿੱਚ ਨਹੀਂ ਲੱਭਦੇ ਹੁੰਦੇ। ਉਹ ਨਾ ਜਿਹੜੇ ਹੁੰਦਾ ਜਨਾ ਜਿਹੜੇ ਕੋਈ ਸਾਹਮਣੇ ਤੇ ਨਾ ਆ ਜਾਏ। ਜੇ ਤਾਂ ਸਾਹਮਣੇ ਤੇ ਹੋਵੇ ਨਾ, ਮਰ ਗਈ। ਜੁਰੇ ਜੰਗ ਜੋਰੰ ਕਰੇ ਜੁਦ ਘੋਰੰ। ਜਾਂ ਜੋੜਨਾ ਜੰਗ ਜੁੜਦੀ ਹੈ, ਜਿਵੇਂ ਕਾਲੇ ਬਗਾਨੇ ਨੇ ਛੇੜੀ ਤੀ। ਕਿੰਨੇ ਸਾਲ ਕਰਦਾ ਰਿਹਾ, ਮੈਨੂੰ ਦੱਸੋ ਮੈਨੂੰ ਦੱਸੋ ਮੈਨੂੰ ਦੱਸੋ, ਕਰਦਾ ਰਿਹਾ ਨਾ। ਜਦ ਦੱਸਿਆ ਇੱਕ ਵੀ ਨਹੀਂ ਤੀਰ ਸਿਆ, ਇੱਕ ਤੀਰ ਹੀ ਸਿਆ ਕੰਨ ਕੋਲ ਦੀ ਨਿਕਲਿਆ, ਮੁੜ ਕੇ ਪਤਾ ਨਹੀਂ ਕਿੱਥੇ ਲੁੱਕ ਗਿਆ ਜਾ ਕੇ। ਜਵਾਬ ਹੀ ਨਹੀਂ ਦਿੱਤਾ ਉਹਦਾ। ਅਜੇ ਤਾਂ ਉਹ ਗੁੱਸੇ ਨਾਲ ਵੀ ਨਹੀਂ ਸੀ ਮਾਰਿਆ। ਉਹਨੂੰ ਦੱਸਿਆ ਹੀ ਸੀ ਵੀ ਤੂੰ ਅਜੇ ਜੰਗ ਕਰਨ ਜੋਗਾ ਹੈ ਨਹੀਂ, ਤੂੰ ਮੈਦਾਨ ਜਾਣ ਜੋਗਾ ਹੀ ਨਹੀਂ। ਤੂੰ ਤਾਂ ਇਸ ਕਾਬਲੇ ਨਹੀਂ ਹੈਗਾ ਜੋ ਚਰਚਾ ਦੇ। ਤੈਨੂੰ ਤਾਂ ਸਮਝਿਆ ਹੈ ਨਹੀਂ ਗੁਰਮਤਿ ਕੀ ਹੈ। ਤੈਨੂੰ ਕਿਸੇ ਧਰਮ ਦੀ ਵੀ ਸਮਝ ਨਹੀਂ ਹੈ, ਹਿੰਦੂ ਧਰਮ ਦੀ ਵੀ ਸਮਝ ਨਹੀਂ ਉਹਨੂੰ। ਹਿੰਦੂ ਧਰਮ 'ਚ ਵੀ ਬਹੁਤ ਗਿਆਨ ਹੈ। ਹਿੰਦੂ ਧਰਮ ਹੀ ਜਿਹੜਾ ਪੜ੍ਹ ਰਹੇ ਹੈ, ਹੋਰ ਕੀ ਹੈ? ਇਹੀ ਤਾਂ ਹਿੰਦੂ ਧਰਮ ਹੈ। ਹਿੰਦੂ ਧਰਮ ਕਿਉਂ ਬਣ ਗਿਆ? ਅਰਥ ਉਲਟ ਕਰ ਲੈ ਇਹਦੇ। ਗੱਲ ਤਾਂ ਇਹੀ ਲਿਖੀ ਹੋਈ ਹੈ ਉੱਥੇ ਵੀ, ਅਰਥਾਂ ਦਾ ਅਰਥ ਕਰ ਲੈ। ਅਸੀਂ ਇਹਨੇ ਵੀ ਅਰਥ ਕੀਤੇ ਹੋਏ ਨੇ ਅਰਥਾਂ ਦੇ, ਜਿਹੜੀ ਆਪਾਂ ਪੜ੍ਹ ਰਹੇ ਹਾਂ, ਪੜ੍ਹਦੇ ਨੇ। ਇਹ ਜਿਹੜੇ ਵਿਦਵਾਨ ਰੌਲਾ ਪਾਉਂਦੇ ਨੇ, ਉਹਨਾਂ ਨੇ ਪੰਡਤ ਦੇ ਅਰਥਾਂ ਨੂੰ ਸੱਚ ਮੰਨ ਲਿਆ। ਇਹਦਾ ਮਤਲਬ ਪੰਡਤ ਦੇ ਚੇਲੇ ਨੇ, ਉਹ ਬੁੱਧੀਹੀਨ। ਪੰਡਤ ਤਾਂ ਬੁੱਧੀਹੀਨ, ਆਪ ਵੀ ਬੁੱਧੀਹੀਨ। ਉਹ ਪਹਿਲਾਂ ਗੁਰਬਾਣੀ ਦੇ ਅਰਥ ਪੜ੍ਹਦੇ, ਉਹ ਸਮਝਦੇ, ਉਹਦੇ ਅਨੁਸਾਰ ਦੇ ਅਰਥ ਕਰਦੇ। ਫਿਰ ਅਕਲ ਵਾਲੇ ਸੀ ਉਹ ਗੁਰਬਾਣੀ ਦੇ ਵੀ ਅਰਥ ਉਹੀ ਸੱਚ ਮੰਨੀ ਬੈਠੇ ਜਿਹੜੇ ਪੰਡਤ ਨੇ ਕਰਕੇ ਦੇ ਦਿੱਤੇ। ਤਾਰਾ ਸਿੰਘ ਨਰੋਤਮ ਨੇ ਕੀਤੇ ਨੇ ਅਰਥ ਫਰੀਦਕੋਟ ਦੇ ਟੀਕੇ 'ਚ, ਉਹਦੇ ਦੀ ਨਕਲ ਹੈ, ਸਾਰੇ ਟੀਕੇ ਨੇ ਕੀਤੀ। ਉਹਨੂੰ ਸਾਰੇ ਸੱਚ ਮੰਨੀ ਬੈਠੇ ਨੇ, ਤੇ ਚੇਲੇ ਤਾਂ ਫਿਰ ਪੰਡਤ ਦੇ ਹੀ ਨੇ। ਉਹਨੇ ਸ਼ਾਸਤਰਾਂ ਦੇ ਅਨੁਸਾਰ ਅਰਥ ਕੀਤੇ ਨੇ। ਕਿਸ ਹਿਸਾਬ ਨਾਲ ਕਹਿ ਰਹੇ ਹਾਂ ਅਸੀਂ ਸਿੱਖਾਂ ਦੇ। ਜਦ ਆਉਣਗੇ ਮੈਦਾਨ 'ਚ ਫਿਰ ਪਤਾ ਲੱਗੂ। ਮੈਦਾਨ 'ਚ ਆਉਣਾ ਹੀ ਨਹੀਂ ਇਹਨਾਂ ਨੇ, ਮੈਦਾਨ 'ਚ ਨਹੀਂ ਆਉਣਾ ਇਹਨਾਂ ਨੇ।
ਆ ਮੈਸੇਜ ਸੁਣ ਕੇ ਹੀ ਚੁੱਪ ਕਰ ਜਾਣਾ, ਆ ਸੁਣ ਕੇ ਹੀ ਸ਼ਾਂਤ ਹੋ ਜਾਣਾ, ਚੁੱਪ ਕਰ ਜਾਣਾ। ਆ ਜੋ ਜਾ ਰਿਹਾ ਇਹਨੂੰ ਦੇਖ ਕੇ ਚੁੱਪ ਕਰ ਜਾਣਗੇ, ਬਹਿ ਜਾਣਗੇ ਆਰਾਮ ਨਾਲ ਟਿਕ ਕੇ। ਪੱਲੇ ਨਾਲ ਹੈ ਉਹ ਨਹੀਂ ਕੁਝ, ਪੱਲੇ ਕੀ ਹੈ ਤੁਹਾਡੇ, ਉਹ ਤਾਂ ਦਿਖਾਓ ਪੱਲੇ ਕੀ ਹੈ। ਪੱਲੇ ਕੁਝ ਵੀ ਨਹੀਂ। ਇੱਕ ਗੱਲ ਕਲੀਅਰ ਕਰ ਦੇਣੀ ਹੈ, ਥੋੜੀ ਮੇਵਾਲ ਵਾਲੀ ਹੋ ਗਈ ਨਾ ਕਲੀਅਰ ਅੱਜ, ਐ ਹੋ ਜਾਣਾ ਕੱਲਾ ਕੱਲਾ। ਇਹਨਾਂ ਨੂੰ ਐ ਵੇਸ਼ਾਨੀ ਪਤਾ ਨਹੀਂ ਕੀ ਹੈ, ਇਹਨਾਂ ਨੂੰ ਬੜਾ ਪਤਾ ਹੈ। ਇਹ ਸਮਝਦੇ ਨੇ ਸਾਨੂੰ ਅਕਲ ਹੈ, ਇਹੀ ਭੁਲੇਖਾ ਇਹਨਾਂ ਨੂੰ, ਇਹ ਸਮਝਦੇ ਨੇ ਸਾਨੂੰ ਅਕਲ ਹੈ, ਇਹੀ ਭੁਲੇਖਾ ਇਹ ਸਮਝਦੇ ਨੇ ਸਾਨੂੰ ਅਕਲ ਹੈ, ਇਹੀ ਤਾਂ ਭੁਲੇਖਾ ਇਹਨਾਂ ਨੂੰ। ਅਕਲ ਇਹਨਾਂ ਨੂੰ ਹੈ ਕਿੱਥੇ? ਸਾਬਤ ਕਰ ਦੇਣਾ ਵੀ ਇਹਨਾਂ ਨੂੰ ਅਕਲ ਨਾਂ ਦੀ ਕੋਈ ਚੀਜ਼ ਇਹਨਾਂ ਕੋਲ ਨਹੀਂ ਹੈ। ਸੰਸਾਰੀ ਅਕਲ ਵੀ ਨਹੀਂ ਹੈ ਇਹਨਾਂ ਕੋਲ, ਠੀਕ ਜਿਹਨੂੰ ਅਸੀਂ ਸੰਸਾਰੀ ਅਕਲ ਕਹਿੰਦੇ ਉਹ ਵੀ ਵਧੀਆ ਨਹੀਂ ਹੈ ਨਾ। ਸੰਸਾਰੀ ਅਕਲ ਵਾਲੇ ਵੀ ਆਦਮੀ ਤੋਂ ਬਹੁਤ ਸਿਆਣੇ ਨੇ। ਜਿਹੜਾ ਵਿਸ਼ਾ ਨਹੀਂ ਹੁੰਦਾ ਕਿਸੇ ਦਾ, ਉਹ ਉਸ ਵਿਸ਼ੇ ਤੇ ਬਹਿਸ ਨੂੰ ਨਹੀਂ ਜਾਂਦਾ ਜਿਹੜਾ ਸੰਸਾਰੀ ਆਦਮੀ ਸਿਆਣਾ। ਮੇਰਾ ਡਾਕਟਰੀ ਵਿਸ਼ਾ ਨਹੀਂ, ਮੈਂ ਡਾਕਟਰਾਂ ਨੂੰ ਚੈਲੰਜ ਕਰਾਂ, ਪਾਗਲ ਨਹੀਂ ਤਾਂ ਹੋਰ ਮੈਂ ਕੀ ਹਾਂ। ਵਕਾਲਤ ਮੇਰਾ ਵਿਸ਼ਾ ਨਹੀਂ, ਮੈਂ ਵਕੀਲਾਂ ਨੂੰ ਚੈਲੰਜ ਕਰਾਂ, ਪਾਗਲ ਨਹੀਂ ਤਾਂ ਹੋਰ ਮੈਂ ਕੀ ਹਾਂ। ਮੇਰਾ ਇੰਜੀਨੀਅਰਿੰਗ ਵਿਸ਼ਾ ਨਹੀਂ, ਮੈਂ ਇੰਜੀਨੀਅਰ ਨੂੰ ਵੱਡੇ ਵੱਡੇ ਨੂੰ ਚੈਲੰਜ ਕਰਦਾ ਫਿਰਾਂ, ਤੇ ਪਾਗਲ ਨਹੀਂ ਤਾਂ ਹੋਰ ਮੈਂ ਕੀ ਹਾਂ। ਆਯੁਰਵੈਦਿਕ ਮੇਰਾ ਵਿਸ਼ਾ ਨਹੀਂ, ਡਾਕਟਰੀ ਮੇਰਾ ਵਿਸ਼ਾ ਨਹੀਂ, ਡਾਕਟਰਾਂ ਨੂੰ ਚੈਲੰਜ ਕਰਾਂ ਤੇ ਪਾਗਲ ਨਹੀਂ ਹੋਰ ਮੈਂ ਕੀ ਹਾਂ। ਧਰਮ ਮੇਰਾ ਵਿਸ਼ਾ ਨਹੀਂ, ਮੈਂ ਧਾਰਮਿਕ ਆਦਮੀ ਨੂੰ ਚੈਲੰਜ ਕਰਾਂ, ਪਾਗਲ ਨਹੀਂ ਹੋਰ ਮੈਂ ਕੀ ਹਾਂ। ਧਰਮ ਮੇਰਾ ਵਿਸ਼ਾ ਹੀ ਨਹੀਂ ਹੈ, ਪੜ੍ਹਿਆ ਹੀ ਨਹੀਂ ਮੈਂ ਕਿਤੋਂ ਧਰਮ, ਮੇਰਾ ਵਿਸ਼ਾ ਹੀ ਨਹੀਂ ਯਾਦ ਹੈ। ਤੇ ਮੈਂ ਧਾਰਮਿਕ ਉਹਦੇ ਧਰਮ ਦੇ ਖੇਤਰ 'ਚ ਪੰਗੇ ਲਵਾਂ ਜਾ ਕੇ, ਤੇ ਪਾਗਲ ਨਹੀਂ ਹੋਰ ਮੈਂ ਕੀ ਹਾਂ। ਪਾਗਲ ਨੇ ਜਿਹਦਾ ਵਿਸ਼ਾ ਨਹੀਂ ਆਉਂਦਾ, ਜਿਹੜੇ ਗਿਆਨ ਦਾ ਉਹ ਗਿਆਨ ਦੇ ਵਿੱਚ ਚਰਚਾ ਨਹੀਂ ਕਰੀਦੀ ਹੁੰਦੀ, ਜਾ ਕੇ ਸੁਣੀ ਦਾ ਹੁੰਦਾ, ਪੜ੍ਹੀ ਦਾ ਹੁੰਦਾ, ਸਿੱਖੀ ਦਾ ਹੁੰਦਾ। ਜਿਹਨਾਂ ਜ਼ਿੰਦਗੀ ਲਾਤੀ ਉਹ ਪਾਗਲ ਨਹੀਂ ਹੈਗੇ ਤੁਹਾਡੇ ਨੂੰ। ਜਿਹਨੇ ਡਾਕਟਰੀ ਜ਼ਿੰਦਗੀ ਲਾਤੀ ਖੋਜ 'ਚ, ਸਾਇੰਸਦਾਨ ਉਹਨਾਂ ਜ਼ਿੰਦਗੀ ਲਾਤੀ, ਅਸੀਂ ਐਵੇਂ ਬਹਿਸ ਕਰੀ ਜਾਈਏ ਉਹਨਾਂ ਨੂੰ ਜਾ ਕੇ, ਕੀ ਫਾਇਦਾ? ਕੋਈ ਫਾਇਦਾ? ਸੰਸਾਰੀ ਅਕਲ ਵੀ ਇਹਨਾਂ ਦੀ ਹੈ ਨਹੀਂ, ਉਦੋਂ ਵੀ ਕੱਚੇ ਨੇ, ਉਹ ਵੀ ਠੀਕ ਨਹੀਂ ਹੈ, ਵਧੀਆ ਅਕਲ ਨਹੀਂ ਹੈ। ਸਿਆਣੇ ਬੰਦੇ ਸੰਸਾਰੀ ਵੀ ਜਿਹੜੇ ਹੁੰਦੇ ਨੇ ਸਿਆਣੇ, ਉਹ ਵੀ ਨਹੀਂ ਕਰਦੇ। ਅਦਾਲਤ ਦੀ ਕਾਰਵਾਈ ਇੱਕ ਦਿਨ ਨਾਲ ਚੱਲਣ ਦੇ, ਜੇ ਜਣੇ ਖਾਣੇ ਨੂੰ ਬੋਲਣ ਦੀ ਆਦਤ ਹੋਵੇ ਉੱਥੇ, ਜੇ ਜਣੇ ਖਾਣੇ ਨੂੰ ਬੋਲਣ ਦੀ ਉੱਥੇ ਛੂਟ ਹੋਵੇ, ਅਦਾਲਤ ਦਾ ਕੰਮ ਨਾ ਚੱਲੇ। ਤੇ ਕਹਿੰਦੇ ਭਾਈ ਵਕੀਲ ਬੋਲ ਸਕਦਾ, ਮਾਲਕ ਕਿੰਨਾ ਹੀ ਪੜ੍ਹਿਆ ਲਿਖਿਆ ਹੋਵੇ ਉਹਨੂੰ ਵੀ ਕਹਿੰਦੇ ਵੀ ਆ ਤਾਂ ਫਿਰ ਤੂੰ ਵਕੀਲ ਨੂੰ ਬੁਲਾ ਲੈ, ਆਪ ਬੋਲ ਲੈ। ਵਕੀਲ ਮਾਲਕ ਵੱਲੋਂ ਹੀ ਬੋਲਦਾ ਨਾ, ਜੇ ਤਾਂ ਆਪ ਬੋਲਣਾ ਫਿਰ ਵਕੀਲ ਨਹੀਂ ਤੇਰਾ ਬੋਲ ਸਕਦਾ, ਆਪੇ ਬੋਲਣਾ ਫਿਰ ਤੂੰ। ਤਾਂ ਮੈਂ ਨਾ ਚੱਲੇ ਉਹਨਾਂ ਦੇ। ਤਾਂ ਇੱਕ ਆਦਮੀ ਹਾਈ ਕੋਰਟ ਦਾ ਵਕੀਲ ਹੋਵੇ, ਉਹ ਵੀ ਪਾਗਲ ਹੋਵੇ ਕਿ ਜਿਹੜਾ ਤੇਰਾ ਵਿਸ਼ਾ ਨਹੀਂ ਹੁੰਦਾ ਤੇ ਬੋਲਦਾ, ਤੇ ਪਾਗਲ ਹੈ ਫਿਰ ਉਹ। ਪਾਗਲ ਨਹੀਂ ਤਾਂ ਹੋਰ ਕੀ ਆ? ਤੇ ਤੇਰਾ ਵਿਸ਼ਾ ਹੀ ਨਹੀਂ ਉਹ ਗਿਆਨ, ਤੂੰ ਉਸ ਗਿਆਨ ਦੇ ਵਿੱਚ ਦਖਲ ਦਿੰਦਾ, ਤੇ ਪਾਗਲ ਨਹੀਂ ਤਾਂ ਹੋਰ ਕੀ ਹੈ? ਜੁਰੇ ਜੰਗ ਜੋਰੰ ਕਰੇ ਯੁੱਧ ਘੋਰੰ। ਜੁਰੇ ਜੰਗ ਜੋਰੰ ਕਰੇ ਯੁੱਧ ਘੋਰੰ। ਜੇ ਜ਼ੋਰ ਦਾ ਜੰਗ ਜੁੜਦਾ ਤਾਂ ਬੜਾ ਭਿਆਨਕ ਯੁੱਧ ਕਰਦਾ, ਭਿਆਨਕ ਤਰੀਕੇ ਨਾਲ ਯੁੱਧ ਕਰਦਾ। ਉਹ ਮਜ਼ਾਇਲਾਂ ਛੱਡਦਾ ਜਿਹੜੀਆਂ ਉੱਤੇ ਦੀ ਜਾਂਦੀਆਂ ਨੇ, ਲੱਗਦੀਆਂ ਨਿਸ਼ਾਨੇ ਤੇ ਨੇ, ਪਰ ਉਹਨਾਂ ਦੇ ਕੋਲ ਰੋਕ ਹੀ ਨਹੀਂ ਹੁੰਦੀ ਉਹਦੀ। ਉਹਨਾਂ ਕੋਲ ਨਹੀਂ ਰੋਕ ਹੁੰਦੀ। ਉਹ ਤਲਵਾਰ ਚਲਾਉਂਦਾ ਜਿਹਦੇ ਵਾਸਤੇ ਕੋਈ ਢਾਲ ਨਹੀਂ ਬਣੀ ਉਹਨਾਂ ਕੋਲ। ਗਿਆਨ ਖੜ ਗਿਆ ਜਿਹੜੀ ਸੱਚ ਕੀ ਕਾਤੀ, ਉਹਦੇ ਵਾਸਤੇ ਤਾਂ ਕੋਈ ਢਾਲ ਬਣੀ ਹੋ ਨਹੀਂ ਇੱਥੇ। ਉਹ ਕਿਹੜਾ ਦੀਂਦੀ ਹੈ ਸੂਖਮ, ਜਿਹੜੀ ਚੀਜ਼ ਅੱਖਾਂ ਨੂੰ ਦੀਂਦੀ ਉਹ ਨਹੀਂ ਹੈ ਤਲਵਾਰ, ਉਹਦੀ ਰੁਕਾਵਟ ਕਿਵੇਂ ਕਰ ਲੂ? ਜਿਹੜੀ ਇਹਨਾਂ ਦੀ ਬੁੱਧੀ ਦੇ ਪਰੇ ਦੀਆਂ ਗੱਲਾਂ ਨੇ, ਜਦ ਉਹ ਮਾਰਨੀਆਂ ਨੇ ਇਹਨਾਂ ਦੇ ਮੂੰਹ ਤੇ ਲਿਆ ਕੇ,
ਕੀ ਰੁਕਾਵਟ ਹੈ ਕੋਲ ਦੀ? ਇਹਨਾਂ ਦੀ ਤਾਂ ਬੁੱਧੀ ਦੇ ਹੀ ਪਰੇ ਨੇ ਉਹ ਗੱਲਾਂ ਸਾਰੀਆਂ। ਧਰਮ ਸਿੱਖ ਧਰਮ ਇਨਸਾਨੀ ਬੁੱਧੀ ਦੇ ਪਰੇ ਦੀ ਗੱਲ ਹੈ। ਸਿੱਖ ਮਤ ਹੈ ਇਨਸਾਨੀ ਬੁੱਧੀ ਦੇ ਪਰੇ ਦੀ ਗੱਲ ਹੈ। ਜਿਹਨੂੰ ਇਹਦੀ ਸਮਝ ਆ ਗਈ ਉਹਦੇ ਨਾਲ ਪੰਗਾ ਕਿਵੇਂ ਲੈ ਲੈਣਗੇ? ਇਹ ਤਾਂ ਮੂਰਖ ਨੇ, ਇਹ ਤਾਂ ਪੰਡਤ ਨੇ, ਵਿਦਵਾਨ ਪੰਡਤ ਹੁੰਦੇ ਨੇ। ਪੰਡਤ ਕੋਈ ਜਿੱਤਿਆ ਸੀ ਗੁਰੂ ਘਰ ਚ ਆ ਕੇ? ਭਗਤਾਂ ਨੇ ਪੰਡਤਾਂ ਨੇ ਅਹੀ ਤੇ ਫੇਰ ਕੇ ਰੱਖਤੀ। ਰਵਿਦਾਸ ਮੂਹਰੇ ਡਨੌਤ ਕਰਤੀ ਪੰਡਤਾਂ ਨੇ। ਡਨੌਤ ਕਰਨਗੇ ਆ ਭੱਜਣਗੇ, ਡਨੌਤ ਕਰਨਗੇ, ਇਹਦਾ ਡਨੌਤ ਕਰਨਗੇ ਸਾਰੇ। ਢੇਲੇ ਢੇਲੇ ਦੀ ਅਕਲ ਹੈ ਨਾ ਉਹ। ਕਿਰਪਾ ਨਿਧ ਦਿਆਲੰ ਸਦਾਇੰ ਕਿਰਪਾਲੰ। ਕਿਰਪਾਨੰਦ ਦਿਆਲੰ, ਜਿਹੜਾ ਕਿਰਪਾਨੰਦ ਪਰਮੇਸ਼ਰ ਹੈ ਇਹਦੇ ਤੇ ਦਿਆਲ ਹੁੰਦਾ ਹੈ। ਇਹਦਾ ਤਰੁੱਠਿਆ ਹੋਇਆ ਹੁੰਦਾ ਹੈ, ਬਾਰਿਸ਼ ਕਰੀ ਜਾਂਦਾ ਜਿੰਨੀ ਚਾਹੁੰਦਾ ਹੈ। ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ। ਸੋਈ ਸੋਈ ਦੇਵਾ ਦਿਆਲ ਜੋ ਹੈ। ਸਦਾਇੰ ਕਿਰਪਾਲੰ, ਜੋ ਮੰਗਾ ਠਾਕੁਰ ਆਪਣੇ ਤੇ ਇੱਥੇ ਮੰਗਦੀ ਹੈ ਇਹਦੇ ਵਾਸਤੇ ਹੈ, ਇਸ ਬੰਦੇ ਵਾਸਤੇ ਮੰਗਦੀ ਹੈ, ਸਾਰਿਆਂ ਵਾਸਤੇ ਨਹੀਂ ਮੰਗਦੀ ਹੈ। ਐਵੇਂ ਬੁਕਾਸ ਕਰੀ ਜਾਂਦੇ ਪੜੀ ਜਾਂਦੇ ਨੇ ਤੇ ਇੱਥੇ ਆ ਕੇ ਮੰਗਦੀ ਹੈ ਕਿਰਪਾਨੰਦ ਦਿਆਲੰਗ। ਜਿਹੜਾ ਯੁੱਧ ਘੋਰੰਗ ਕਰਦਾ ਉਹਦੇ ਵਾਸਤੇ ਮਹਿਲ ਪੰਕਤੀ ਇਕੱਲੇ ਆਦਮੀ ਵਾਸਤੇ। ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ। ਅੱਗੇ ਕੀ ਨਾਨਕ ਦਾਸ ਮੁਖ ਤੇ ਜੋ ਬੋਲਾ ਯਹਾਂ ਵਹਾਂ ਸੱਚ ਹੋਵੇ। ਆ ਦੇਵਾ, ਹੋਰ ਕੁਝ ਨਹੀਂ ਮੰਗਦਾ ਉਹ ਤਲਵਾਰ ਮੰਗਦਾ ਜਿਹੜੀ ਇਹਨਾਂ ਨੂੰ ਦਿਖੇ ਹੀ ਨਾ। ਉਹ ਤੀਰ ਮੰਗਦਾ ਜਿਹੜਾ ਇਹਨਾਂ ਨੂੰ ਦਿਖੇ ਹੀ ਨਾ, ਕਿਸੇ ਦੀ ਆਇਆ ਕਿਧਰੋਂ ਗਿਆ। ਜਿਹੜਾ ਪਾਰ ਹੋ ਜਾਏ, ਇੱਕੋ ਹੀ ਤੀਰ ਲੱਗਿਆ ਛਾਤੀ 'ਚ ਪਾਰ ਹੋ ਜਾਏ, ਦੂਆ ਮੰਗੇ ਹੀ ਨਾ, ਪਾਣੀ ਉਹ ਨਾ ਮੰਗੇ, ਉਹ ਮੰਗਦਾ ਉਹ। ਸੱਚ ਕੀ ਕਹਤੇ ਸਦਾਇੰ ਕਿਰਪਾਲੰ, ਸਦਾ ਹੀ ਕਿਰਪਾਲ ਜਦ ਮੰਗਦਾ ਉਹ ਦੇ ਦਿੰਦਾ। ਜਿਹੜੀ ਚੀਜ਼ ਮੰਗਦਾ ਜਦ ਦੇ ਦਿੰਦਾ।